सुन शब्द विचारा। ਵੀਕਲੀ ਲੜੀਵਾਰ ਸ਼ੋਅ ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਗਿਆਨ ਦਾ ਨਗਾਰਾ ਸ਼ੋਅ ਦਾ 11ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਤੁਹਾਡੇ ਵਿੱਚੋਂ ਜੇ ਕੋਈ ਸਾਡੇ ਪਿਛਲੇ 10 ਐਪੀਸੋਡ ਨਹੀਂ ਦੇਖ ਸਕੇ ਤਾਂ ਉਹ ਸਾਡੇ YouTube ਚੈਨਲ ਗੁਰਗਿਆਨ TV ਤੇ ਜਾ ਕੇ ਪਲੇਲਿਸਟ ਗੁਰਗਿਆਨ ਦਾ ਨਗਾਰਾ ਵਿੱਚੋਂ ਦੇਖ ਸਕਦੇ ਹਨ। YouTube ਤੇ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਜੀ ਅਤੇ ਸਾਡੇ YouTube ਚੈਨਲ ਗੁਰਗਿਆਨ TV ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਤੁਸੀਂ ਸਾਡੇ YouTube ਚੈਨਲ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਵੀ ਕਰ ਸਕਦੇ ਹੋ। ਹਰ ਇੱਕ ਗੁਰਸਿੱਖ ਨੂੰ ਅਰਥਾਂ ਸਮੇਤ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਨੂੰ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਡਾ ਇਹ ਸ਼ੋਅ ਗੁਰਗਿਆਨ ਦਾ ਨਗਾਰਾ ਦੇਖਣ ਵਾਲੇ ਦਰਸ਼ਕਾਂ ਵੱਲੋਂ ਸਾਨੂੰ ਬਹੁਤ ਹੀ ਆਊਟਸਟੈਂਡਿੰਗ ਰਿਸਪਾਂਸ ਮਿਲ ਰਿਹਾ ਹੈ। ਅੱਜ ਮਹੀਨੇ ਦਾ ਦੂਜਾ ਹਫਤਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੂਜੇ ਹਫਤੇ ਇਤਿਹਾਸ ਵਿੱਚੋਂ ਇੱਕ ਸਾਖੀ ਆਪ ਜੀ ਨਾਲ ਸਾਂਝੀ ਕੀਤੀ ਜਾਂਦੀ ਹੈ। ਅੱਜ ਨਿਊ ਜਨਰੇਸ਼ਨ ਸਾਇੰਟੀਫਿਕ ਯੁੱਗ ਜੀਵਨ ਜਿਉ ਰਹੀ ਹੈ। ਉਹਨਾਂ ਨੂੰ ਧਰਮ ਨਾਲ ਜੋੜਨ ਲਈ ਗੁਰਬਾਣੀ ਅਤੇ ਗੁਰੂ ਇਤਿਹਾਸ ਨੂੰ ਅੱਜ ਦੀ ਮਾਡਰਨ ਲਾਈਫ ਨਾਲ ਰੈਲੇਵੈਂਟ ਕਰਕੇ ਸਮਝਾਉਣਾ ਪਵੇਗਾ। ਧਰਮ ਦੀ ਹਰ ਗੱਲ ਨੂੰ ਸਮਝਾਉਣ ਵਾਸਤੇ ਲੌਜੀਕਲੀ ਕਨਵਿੰਸ ਕਰਵਾਉਣਾ ਪਵੇਗਾ। ਸਾਨੂੰ ਬਹੁਤ ਖੁਸ਼ੀ ਹੈ ਕਿ ਗਿਆਨੀ ਰਾਮ ਸਿੰਘ ਚਹਿਲਾਂ ਜੀ ਭਾਵੇਂ ਗੁਰਬਾਣੀ ਦੀ ਵਿਚਾਰ ਕਰਦੇ ਹਨ ਅਤੇ ਭਾਵੇਂ ਗੁਰੂ ਇਤਿਹਾਸ ਜਾਂ ਗੁਰਮਤਿ ਦੀ ਵਿਚਾਰ ਕਰਦੇ ਹਨ, ਉਹ ਅਜੋਕੀ ਲਾਈਫ ਨਾਲ ਰੈਲੇਵੈਂਟ ਕਰਕੇ ਹੀ ਸਮਝਾਉਂਦੇ ਹਨ। ਉਹਨਾਂ ਦੀ ਵਿਚਾਰ ਵਿੱਚ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਉਹ ਅਜੋਕੇ ਜੀਵਨ ਦੀਆਂ ਬਾਕਮਾਲ ਦਲੀਲਾਂ ਦੇ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਜਦੋਂ ਸਮਝਾਉਂਦੇ ਹਨ ਤਾਂ ਭਾਵੇਂ ਕੋਈ ਬਜ਼ੁਰਗ ਹੋਵੇ ਜਾਂ ਨੌਜਵਾਨ ਹੋਵੇ ਅਤੇ ਇੱਥੋਂ ਤੱਕ ਕਿ ਭਾਵੇਂ ਕੋਈ ਬੱਚਾ ਸੁਣ ਰਿਹਾ ਹੋਵੇ, ਸਭ ਨੂੰ ਸੌਖੀ ਸਮਝ ਵੀ ਆਉਂਦੀ ਹੈ ਅਤੇ ਜ਼ਿੰਦਗੀ ਵਿੱਚ ਕਿਵੇਂ ਜਿਉਣਾ ਹੈ ਉਸ ਦੀ ਵੀ ਬਹੁਤ ਸੌਖੀ ਸਮਝ ਆਉਂਦੀ ਹੈ। ਆਓ ਗਿਆਨੀ ਰਾਮ ਸਿੰਘ ਜੀ ਚਹਿਲਾਂ ਤੋਂ ਅੱਜ ਇੱਕ ਹੋਰ ਨਵੀਂ ਸਾਖੀ ਸਰਵਣ ਕਰੀਏ ਜੀ। ਗੁਰਗਿਆਨ ਦਾ ਨਗਾਰਾ ਸ਼ੋਅ ਦੇਖ ਰਹੇ ਸਮੂਹ ਦਰਸ਼ਕਾਂ ਦਾ, ਸਾਡੇ ਸਪਾਂਸਰਸ ਦਾ ਤੇ ਸਾਡੀ ਹੋਸਟ ਬੇਟੀ ਸੁਖਮਨ ਕੌਰ ਦਾ ਸਾਰਿਆਂ ਦਾ ਹਿਰਦੇ ਦੀਆਂ ਗਹਿਰਾਈਆਂ ਚੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਹੀਨੇ ਦਾ ਦੂਸਰਾ ਹਫਤਾ ਹੈ ਤੇ ਮਹੀਨੇ ਦੇ ਦੂਜੇ ਹਫਤੇ ਆਪਾਂ ਗੁਰ ਇਤਿਹਾਸ ਵਿੱਚੋਂ ਜੋ ਸਾਖੀਆਂ ਨੇ ਉਹਨਾਂ ਸਾਖੀਆਂ ਵਿੱਚੋਂ ਕੁਝ ਸਿੱਖਣ ਦਾ ਯਤਨ ਕਰਦੇ ਹਾਂ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਭਾਵੇਂ ਤਾਂ ਗੁਰਬਾਣੀ ਨੂੰ ਵਿਚਾਰਨਾ ਹੋਵੇ ਚਾਹੇ ਗੁਰ ਇਤਿਹਾਸ ਨੂੰ ਵਿਚਾਰਨਾ ਹੋਵੇ, ਸਭ ਤੋਂ ਪਹਿਲਾਂ ਜ਼ਰੂਰੀ ਹੈ ਉਹਦੇ ਵਿੱਚੋਂ ਸਿੱਖਿਆਵਾਂ ਨੂੰ ਸਮਝਣਾ। ਤੇ ਉਹ ਜਿਹੜੀਆਂ ਸਿੱਖਿਆਵਾਂ ਨੇ ਨਾ, ਉਹ ਸਾਡੇ ਸੋਚ ਤੇ ਸਾਡੇ ਸੁਭਾਅ ਨਾਲ ਰੈਲੇਵੈਂਟ ਹੁੰਦੀਆਂ ਨੇ। ਜਿੰਨਾ ਚਿਰ ਅਸੀਂ ਸੋਚ ਤੇ ਸੁਭਾਅ ਨਾਲ ਉਹਨੂੰ ਰਿਲੇਟ ਕਰਕੇ ਨਹੀਂ ਸਮਝਾਂਗੇ, ਉਹਨਾਂ ਚਿਰ ਸਾਡਾ ਇੱਕ ਕੰਨ ਰਸ ਰਹਿ ਜਾਏਗਾ। ਅਸੀਂ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਝੂਮਦੇ ਹਾਂ, ਆਨੰਦ ਆਉਂਦਾ ਹੈ, ਸੁਭਾਅ ਵਿੱਚ ਸੋਚ ਵਿੱਚ ਤਬਦੀਲੀ ਨਹੀਂ ਆ ਰਹੀ। ਉਹਦਾ ਇੱਕ ਕਾਰਨ ਜੋ ਪਿਛਲੇ ਐਪੀਸੋਡ ਵਿੱਚ ਵੀ ਆਪ ਜੀ ਨਾਲ ਸਾਂਝਾ ਕੀਤਾ ਸੀ, ਹਰ ਸਿੱਖ ਨੇ ਸਿੱਖਣ ਦੀ ਬਿਰਤੀ ਪੈਦਾ ਕਰਨੀ ਹੈ। ਅਸੀਂ ਸਭ ਕੁਝ ਤੋਂ ਸਿੱਖਣਾ ਹੈ। ਸਾਡੀ ਆਪਣੀ ਜ਼ਿੰਦਗੀ ਵਿੱਚ, ਸਾਡੇ ਘਰ ਦੇ ਵਿੱਚ, ਸੁਸਾਇਟੀ ਵਿੱਚ, ਦੁਨੀਆ ਤੇ ਜੋ ਵੀ ਵਰਤਾਰੇ ਵਰਤ ਰਹੇ ਨੇ, ਜੋ ਵੀ ਹੈਪਨਿੰਗਸ ਹੋ ਰਹੀਆਂ ਨੇ, ਹਰ ਵਰਤਾਰੇ ਵਿੱਚ ਰੱਬ ਸੱਚਾ ਗਿਆਨ ਬਣ ਕੇ ਬੈਠਾ ਹੈ ਤੇ ਹਰ ਵਰਤਾਰੇ ਵਿੱਚੋਂ ਸਿੱਖਣਾ ਹੈ। ਸਾਡਾ ਨਾਮ ਹੈ ਸਿੱਖ। ਅਸੀਂ ਕਿਸੇ ਕਾਰਜ ਵਿੱਚ ਸਫਲ ਹੁੰਦੇ ਹਾਂ ਤਾਂ ਉਹ ਸਫਲਤਾ ਵਿੱਚੋਂ ਵੀ ਸਿੱਖਣਾ ਹੈ, ਅਗਰ ਫੇਲ ਹੁੰਦੇ ਹਾਂ ਤਾਂ ਫੇਲਰ ਦੇ ਵਿੱਚੋਂ ਵੀ ਸਿੱਖਣਾ ਹੈ ਅਸੀਂ। ਤੇ ਬਹੁਤ ਜ਼ਰੂਰੀ ਹੁੰਦਾ ਹੈ ਗੁਰਬਾਣੀ ਜਾਂ ਗੁਰ ਇਤਿਹਾਸ ਨੂੰ ਅੱਜ ਦੀ ਮਾਡਰਨ ਲਾਈਫ ਦੇ ਨਾਲ ਰਿਲੇਟ ਕਰਕੇ ਦੇਖਣਾ। ਹੁਣ ਇੱਕ ਹੋਰ ਨੁਕਤਾ ਸਮਝ ਲੈਣਾ, ਤੁਹਾਨੂੰ ਇਤਿਹਾਸ ਪੜ੍ਹਨਾ ਥੋੜ੍ਹਾ ਹੋਰ ਸੌਖਾ ਹੋ ਜਾਏਗਾ। ਜਿੱਥੇ ਜਿੱਥੇ ਗੁਰੂ ਪਾਤਸ਼ਾਹ ਜੀ ਗਏ, ਉੱਥੇ ਉੱਥੇ ਗੁਰੂ ਪਾਤਸ਼ਾਹ ਜੀ ਦਾ ਕਿਸੇ ਮਨੁੱਖ ਦੇ ਨਾਲ ਮੇਲ ਹੋਇਆ। ਉਹ ਜਿਹੜਾ ਮਨੁੱਖ ਹੈ ਉਸ ਸਟੋਰੀ ਦਾ ਕੈਰੈਕਟਰ ਹੈ ਤੇ ਉਸ ਕੈਰੈਕਟਰ ਨੇ ਜਾਂ ਤਾਂ ਪੁੱਛਿਆ ਹੈ ਜਾਂ ਗੁਰੂ ਪਾਤਸ਼ਾਹ ਨੇ ਕੁਝ ਦੱਸਿਆ ਹੈ। ਚਾਹੇ ਉਹਦੇ ਸਵਾਲ ਦਾ ਜਵਾਬ ਦਿੱਤਾ ਹੈ, ਚਾਹੇ ਉਸ ਨੂੰ ਸਮਝਾਇਆ ਹੈ ਤੇ ਚਾਹੇ ਉਸ ਨੂੰ ਗਾ ਗਾ ਕੇ ਸੁਣਾਇਆ ਹੈ, ਜਿਹਨੂੰ ਅਸੀਂ ਗੁਰਬਾਣੀ ਦਾ ਕੀਰਤਨ ਕਹਿੰਦੇ ਹਾਂ। ਤੇ ਉਹ ਜੋ ਕੁਝ ਵੀ ਉੱਥੇ ਦੱਸਿਆ ਗਿਆ ਹੈ ਉਹ ਉਸ ਕੈਰੈਕਟਰ ਦੇ ਸੁਭਾਅ ਤੇ ਸੋਚ ਨਾਲ ਸੰਬੰਧਿਤ ਹੈ ਔਰ ਗੁਰੂ ਪਾਤਸ਼ਾਹ ਇੱਕੋ ਵਾਰੀ ਜਦੋਂ ਮਿਲਦੇ ਨੇ ਉਹਦੀ ਸੋਚ ਤੇ ਸੁਭਾਅ ਨੂੰ ਬਦਲ ਦਿੰਦੇ ਨੇ। ਤਾਂ ਅਸੀਂ ਜਦੋਂ ਉਹ ਸਾਰਾ ਸੀਨ ਦੇਖਣਾ ਹੈ,
ਐਕਚੁਅਲੀ ਜਿਹੜਾ ਵਰਤਾਰਾ ਹੁੰਦਾ ਉਹ ਤਾਂ ਇੱਕ ਕਹਾਣੀ ਹੈ, ਲੰਘ ਚੁੱਕੇ ਸਮੇਂ ਦੀ ਕਹਾਣੀ ਹੈ, ਪਰ ਉਸ ਕਹਾਣੀ ਵਿੱਚ ਜੋ ਕੈਰੈਕਟਰ ਦਾ ਸੁਭਾਅ ਹੈ, ਸੋਚ ਹੈ, ਉਸ ਸੋਚ ਤੇ ਸੁਭਾਅ ਦਾ ਬਦਲਣਾ ਹੈ। ਸੇਮ ਸਿਮਿਲਰ ਉਸ ਸੁਭਾਅ ਨਾਲ, ਸੋਚ ਨਾਲ ਸੰਬੰਧਿਤ ਚੰਗਿਆਈਆਂ ਬੁਰਾਈਆਂ ਸਾਡੇ ਅੰਦਰ ਵੀ ਹੈ ਤੇ ਅਸੀਂ ਵੀ ਬਦਲਣਾ ਹੈ। ਜੇ ਅਸੀਂ ਉਸ ਕਹਾਣੀ ਦੀ ਉਸ ਰੂਹ ਨੂੰ, ਜਿਹੜੀ ਕਹਾਣੀ ਦੀ ਰੂਹ ਹੈ ਨਾ, ਉਸ ਵਿੱਚ ਗੁਣਾਂ ਤੇ ਔਗਣਾਂ ਦਾ ਵਰਤਾਰਾ, ਇੱਕ ਔਗਣਿਆਰਾ ਸੁਭਾਅ ਗੁਣਵੰਤਾ ਬਣ ਜਾਂਦਾ ਹੈ, ਜਾਂ ਗੁਣਾਂ ਵਾਲਾ ਸੁਭਾਅ ਪਰਉਪਕਾਰੀ ਬਣ ਜਾਂਦਾ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇ ਉਹ ਜਿਹੜਾ ਵਰਤਾਰਾ ਹੈ ਨਾ, ਉਹ ਵਰਤਾਰਾ ਸਦੀਵੀ ਚੱਲਦਾ ਹੈ ਤੇ ਅੱਜ ਵੀ ਸਾਡੀ ਲਾਈਫ ਨਾਲ ਰੈਲੇਵੈਂਟ ਹੈ। ਅੱਜ ਆਪਾਂ ਵਿਚਾਰਦੇ ਹਾਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਦਾ ਮੋਦੀਖਾਨਾ ਛੱਡ ਦਿੰਦੇ ਨੇ, ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਉਂਦੇ ਨੇ। ਭਾਈ ਮਰਦਾਨਾ ਜੀ ਇੱਕ ਐਸੀ ਰੂਹ ਹੈ ਜਿਹਨੇ ਸਭ ਤੋਂ ਵੱਧ ਸਾਥ ਦਿੱਤਾ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ। ਬੜੇ ਔਖੇ ਵਿਖੜੇ ਸਮੇਂ, ਵਿਖੜੇ ਔਖੇ ਰਾਹ ਤੇ ਔਖੇ ਹਾਲਾਤ ਭਾਈ ਮਰਦਾਨਾ ਜੀ ਨੇ ਆਪਣੇ ਤੇ ਹੰਢਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਥ ਨਹੀਂ ਛੱਡਿਆ। ਭਾਵੇਂ ਕਦੀ ਕਦਾਈ ਕੁਝ ਵਰਤਾਰੇ ਇੱਦਾਂ ਦੇ ਆਉਂਦੇ ਨੇ ਕਿ ਭੁੱਖ ਸਤਾ ਰਹੀ ਹੈ, ਕਦੀ ਪਿੱਛੇ ਪਰਿਵਾਰ ਦੀ ਖਿੱਚ ਪਾ ਰਹੀ ਹੈ, ਪਰ ਭਾਈ ਮਰਦਾਨਾ ਜੀ ਇਹਨਾਂ ਅਵਸਥਾਵਾਂ ਤੋਂ ਬਹੁਤ ਉੱਚੇ ਸਨ। ਇਸ ਨੂੰ ਇੱਦਾਂ ਵੀ ਸਮਝ ਲਓ, ਮਨ ਵਿੱਚ ਕ੍ਰੋਧ ਆ ਜਾਣਾ ਤੇ ਕ੍ਰੋਧ ਕੰਟਰੋਲ ਕਰ ਲੈਣਾ ਦੋ ਵੱਖ-ਵੱਖ ਗੱਲਾਂ ਨੇ। ਕ੍ਰੋਧ ਤਾਂ ਆਉਂਦਾ ਰਹੇਗਾ, ਉਹਨੂੰ ਕੰਟਰੋਲ ਕਰ ਲੈਣਾ, ਇਹ ਜ਼ਿੰਦਗੀ ਦੀ ਕਿਸ਼ਤੀ ਕਿਨਾਰੇ ਲੱਗ ਜਾਏਗੀ। ਇਸੇ ਤਰ੍ਹਾਂ ਅਗਰ ਕਿਤੇ ਭੁੱਖ ਦੇ ਸਤਾਏ ਹੋਏ ਭਾਈ ਮਰਦਾਨਾ ਜੀ ਕੁਛ ਵਰਤਾਰਾ ਵਰਤਦਾ ਹੈ ਤੇ ਇਹ ਨਹੀਂ ਹੈ ਕਿ ਉਹ ਭੁੱਖ ਦੇ ਸਤਾਏ ਹੋਏ ਗੁਰੂ ਪਾਤਸ਼ਾਹ ਤੋਂ ਟੁੱਟ ਹੀ ਗਏ ਨੇ, ਟੁੱਟੇ ਨਹੀਂ ਆ ਉਹ। ਇਹ ਜ਼ਿੰਦਗੀ ਦੀਆਂ ਲਹਿਰਾਂ ਸੀ। ਭਾਈ ਮਰਦਾਨਾ ਜੀ ਦੀ ਜ਼ਿੰਦਗੀ ਦੀ ਕਿਸ਼ਤੀ ਇਹਨਾਂ ਸੰਸਾਰਕ ਲਹਿਰਾਂ ਦੇ ਵਿੱਚੋਂ ਦੀ ਨਿਕਲਦੀ ਹੋਈ ਗੁਰੂ ਬਾਬੇ ਦੇ ਬੋਲ ਤੇ ਰੱਬੀ ਬਾਣੀ ਦੇ ਆਨੰਦ ਰਸ ਵਿੱਚ, ਉਸ ਕੀਰਤਨ ਦੀ ਆਤਮਿਕ ਉੱਚ ਉਡਾਰੀ ਦੇ ਵਿੱਚ ਭਾਈ ਮਰਦਾਨਾ ਜੀ ਦੀ ਰੂਹ ਕਦੀ ਗੁਰੂ ਨਾਨਕ ਪਾਤਸ਼ਾਹ ਤੋਂ ਟੁੱਟੀ ਨਹੀਂ। ਸਭ ਤੋਂ ਵੱਧ ਸਾਥ ਦਿੱਤਾ ਮੇਰੇ ਗੁਰੂ ਪਾਤਸ਼ਾਹ ਦਾ ਐਸਾ ਸਾਥੀ ਬਣਿਆ, ਐਸਾ ਸਾਥੀ ਬਣਿਆ, ਜਿੱਥੇ ਕਿਤੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਚੱਲੇਗੀ ਉੱਥੇ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਦੀ ਰਬਾਬ ਦੀ ਗੱਲ ਵੀ ਜ਼ਰੂਰ ਚੱਲੇਗੀ। ਗੁਰੂ ਪਾਤਸ਼ਾਹ ਸੁਲਤਾਨਪੁਰ ਲੋਧੀ ਦਾ ਮੋਦੀਖਾਨਾ ਛੱਡ ਕੇ ਉਦਾਸੀਆਂ ਤੇ ਤੁਰ ਪੈਂਦੇ ਨੇ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਸਭ ਤੋਂ ਪਹਿਲਾਂ ਇੱਕ ਜੰਗਲ ਵਿੱਚੋਂ ਦੀ ਲੰਘੇ ਨੇ। ਉਸ ਜੰਗਲ ਦੇ ਵਿੱਚ ਇੱਕ ਥਾਂ ਤੇ ਇੱਕ ਨੀਵੀਂ ਜਗ੍ਹਾ ਹੈ, ਉੱਥੇ ਬਾਰਿਸ਼ਾਂ ਦਾ ਪਾਣੀ ਰੁਕ ਜਾਂਦਾ, ਜਿਹਨੂੰ ਇੱਕ ਛੱਪੜੀ ਕਹਿ ਦਿੰਦੇ ਹਾਂ, ਵਾਟਰ ਟੈਂਕ ਕਹਿ ਲਓ, ਨੈਚੁਰਲ ਵਾਟਰ ਟੈਂਕ, ਆਪਣੇ ਆਪ ਜਿੱਥੇ ਪਾਣੀ ਸਟੋਰ ਹੋ ਜਾਂਦਾ ਹੈ। ਨੀਵੀਂ ਜਗ੍ਹਾ ਹੋਣ ਕਰਕੇ ਚਾਰ ਚੁਫੇਰੇ ਬ੍ਰਿਕਸ਼ ਨੇ, ਜੰਗਲ ਇਲਾਕਾ ਹੈ। ਗੁਰੂ ਪਾਤਸ਼ਾਹ ਉੱਥੇ ਬੈਠ ਕੇ ਭਾਈ ਮਰਦਾਨੇ ਨੂੰ ਕਹਿੰਦੇ ਨੇ, ਮਰਦਾਨਿਆਂ ਆਪਣੀਆਂ ਉਦਾਸੀਆਂ ਸ਼ੁਰੂ ਹੋਈਆਂ, ਇੱਥੇ ਕੀਰਤਨ ਕਰੀਏ। ਇੱਥੇ ਮੈਂ ਨਾਲੇ ਵੀ ਦੱਸ ਦੇਵਾਂ, ਕਿਉਂਕਿ ਸਾਡਾ ਇਹ ਜੋ ਸ਼ੋਅ ਹੈ ਵੀਕਲੀ ਸ਼ੋਅ ਗੁਰਗਿਆਨ ਦਾ ਨਗਾਰਾ, ਬਹੁਤ ਸਾਰੇ ਬੱਚੇ ਕਾਪੀ ਪੈਨ ਲੈ ਕੇ ਬੈਠਦੇ ਨੇ, ਉਹ ਨੋਟਸ ਬਣਾਉਂਦੇ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਦੀ ਵਿਆਖਿਆ, ਗੁਰ ਇਤਿਹਾਸ ਦੀ ਵਿਆਖਿਆ ਨੂੰ ਸੌਖੇ ਸੌਖੇ ਸ਼ਬਦਾਂ ਵਿੱਚ, ਸੌਖੀਆਂ ਸੌਖੀਆਂ ਉਦਾਹਰਨਾਂ, ਸਮਝ ਆਉਣ ਵਾਲੀਆਂ ਉਦਾਹਰਨਾਂ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਜਾਵੇ। ਤੇ ਸ਼ੁਕਰ ਦਾਤੇ ਦਾ ਜੋ ਫੀਡਬੈਕ ਆਈ ਹੈ ਤੁਹਾਡੀ ਸਾਰੇ ਦਰਸ਼ਕਾਂ ਦੀ, ਕਿ ਬਜ਼ੁਰਗ ਵੀ, ਨੌਜਵਾਨ ਵੀ, ਬੱਚੇ ਵੀ ਇਸ ਨੂੰ ਸਮਝ ਰਹੇ ਨੇ ਔਰ ਲਾਹਾ ਲੈ ਰਹੇ ਨੇ। ਇਸ ਲਈ ਜਿਹੜੇ ਬੱਚੇ ਇਸ ਵੇਲੇ ਕਾਪੀ ਪੈਨ ਲੈ ਕੇ ਨੋਟਸ ਬਣਾ ਰਹੇ ਨੇ, ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਉਦਾਸੀ ਕੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਹਾਲਾਤਾਂ ਨੂੰ ਦੇਖਦੇ ਨੇ। ਕੀ ਦੇਖਦੇ ਨੇ? ਹਰ ਕੋਈ ਦੁਖੀ ਹੈ, ਬਾਲੀ ਰੋਵੈ ਨਾ ਹੈ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਤੇ ਹਰ ਦੁੱਖ ਮਨੁੱਖ ਦੇ ਸੁਭਾਅ ਤੇ ਸੋਚ ਵਿੱਚੋਂ ਨਿਕਲਿਆ, ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਸੁਭਾਅ ਵਿੱਚ, ਮੇਰੀ ਸੋਚ ਵਿੱਚ ਕਿਹੜੀਆਂ ਕਮਜ਼ੋਰੀਆਂ ਨੇ। ਘਰ ਦਾ ਕਲੇਸ਼ ਸੁਭਾਵਾਂ ਵਿੱਚੋਂ ਨਿਕਲਦਾ ਹੈ, ਧੜੇਬੰਦੀਆਂ ਸੁਭਾਅ ਵਿੱਚੋਂ ਨਿਕਲਦੀਆਂ ਨੇ। ਜੋ ਕੁਝ ਵੀ ਸੰਸਾਰ ਵਿੱਚ ਚਿੰਤਾਜਨਕ ਹੋ ਰਿਹਾ ਹੈ, ਉਹ ਸਾਰਾ ਸੋਚ ਤੇ ਸੁਭਾਅ ਵਿੱਚੋਂ ਨਿਕਲਦਾ ਹੈ। ਗੁਰੂ ਬਾਬੇ ਨੂੰ ਇਹ ਸਭ ਕੁਝ ਦੇਖ ਕੇ ਚੰਗਾ ਨਹੀਂ ਲੱਗਿਆ। ਕਮਾਲ ਦੀ ਬਾਤ ਹੈ,
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਅਮੀਰ ਘਰ ਦੇ ਵਿੱਚ ਪੈਦਾ ਹੋਏ। ਪਟਵਾਰੀ ਦੇ ਪੁੱਤਰ ਨੇ। ਪਿਤਾ ਦੀ ਰਾਏ ਬਲਾਰ ਦੇ ਨਾਲ ਰਾਏ ਭੋਇੰ ਦੀ ਤਲਵੰਡੀ, ਉਹ ਤਲਵੰਡੀ ਨੂੰ ਰਾਏ ਭੋਇੰ ਦੀ ਇਸ ਲਈ ਕਿਹਾ ਜਾਂਦਾ ਸੀ, ਸਾਰੀ ਜ਼ਮੀਨ ਦਾ ਮਾਲਕ ਸੀ ਉਹ। ਉਹਦੇ ਨਾਲ ਦੋਸਤੀ ਸੀ। ਘਰ ਵਿੱਚ ਸੁੱਖ ਸਹੂਲਤਾਂ ਸਨ। ਉਸ ਸਮੇਂ ਦੇ ਅਮੀਰ ਘਰ ਦੇ ਵਿੱਚ, ਪੜ੍ਹੇ ਲਿਖੇ ਪਰਿਵਾਰ ਦੇ ਵਿੱਚ, ਸੁੱਖ ਸਹੂਲਤਾਂ ਵਾਲੀ ਜ਼ਿੰਦਗੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਪਨ ਲੰਘ ਰਿਹਾ ਸੀ। ਪਰ ਜਦੋਂ ਦੂਜਿਆਂ ਨੂੰ ਦੁਖੀ ਦੇਖਿਆ, ਗੁਰੂ ਬਾਬਾ ਰਹਿ ਨਾ ਸਕੇ। ਆਹੀ ਤਾਂ ਸਾਨੂੰ ਦਾਤ ਦਿੱਤੀ ਉਹਨਾਂ ਨੇ, ਜਿਹੜਾ ਅਸੀਂ ਨਿੱਤ ਪੜ੍ਹਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੂਜਿਆਂ ਦੇ ਦੁੱਖਾਂ ਨੂੰ ਦੇਖ ਕੇ ਉਦਾਸ ਹੋ ਜਾਣਾ ਔਰ ਉਹਨਾਂ ਤੇ ਤਰਸ ਆ ਜਾਣਾ ਔਰ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਕੋਈ ਯਤਨ ਕਰਨਾ, ਕਿਸੇ ਦੀ ਮਦਦ ਕਰਨ ਲਈ ਯਤਨ ਕਰਨਾ ਤੇ ਯਤਨ ਕਰਨ ਵਾਸਤੇ ਘਰੋਂ ਨਿਕਲ ਜਾਣਾ, ਲੰਬੇ ਲੰਬੇ ਪ੍ਰਚਾਰਕ ਦੌਰੇ ਕਰਨੇ, ਉਹਨੂੰ ਕਹਿੰਦੇ ਨੇ ਉਦਾਸੀਆਂ। ਦੂਜਿਆਂ ਦੇ ਦੁੱਖ ਦੇਖ ਕੇ ਉਦਾਸ ਹੋਏ ਗੁਰੂ ਬਾਬਾ ਤੁਰ ਪਏ ਨੇ ਘਰੋਂ। ਜੰਗਲ ਦੇ ਵਿੱਚ ਇੱਕ ਜਿੱਥੇ ਨੀਵੇਂ ਥਾਂ ਤੇ ਪਾਣੀ ਖੜਾ, ਜਿਹਨੂੰ ਛੱਪੜੀ ਕਹਿੰਦੇ ਆ, ਉਸ ਕਿਨਾਰੇ ਤੇ ਗੁਰੂ ਬਾਬਾ ਕਹਿੰਦੇ ਨੇ, ਮਰਦਾਨਿਆਂ ਕੀਰਤਨ ਕਰੀਏ, ਰੱਬੀ ਬਾਣੀ ਗਾਈਏ। ਕੀਰਤਨ ਕਰਦੇ ਨੇ, ਰੱਬੀ ਬਾਣੀ ਗਾਉਂਦੇ ਨੇ। ਭਾਈ ਵੀਰ ਸਿੰਘ ਸਾਹਿਬ ਲਿਖਦੇ ਨੇ, ਇਹ ਉਹੀ ਜਗ੍ਹਾ ਹੈ ਜਿੱਥੇ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹੈ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਨਾ, ਕਿਹਾ ਸੀ, ਬਾਬਾ ਬੁੱਢਾ ਜੀ ਤੁਸੀਂ ਇਸ ਜੰਗਲ ਦੇ ਵਿੱਚ ਮੱਝਾਂ ਚਾਰਦੇ ਰਹੇ ਹੋ। ਪਤਾ ਲੱਗਿਆ ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀਆਂ ਤੇ ਨਿਕਲੇ ਸੀ, ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਛੱਪੜੀ ਦੇ ਕਿਨਾਰੇ ਤੇ ਕੀਰਤਨ ਕੀਤਾ ਸੀ, ਤੁਸੀਂ ਇਸ ਇਲਾਕੇ ਦੇ ਜਾਣੂ ਹੋ, ਮੱਝਾਂ ਚਾਰਦੇ ਰਹੇ ਹੋ, ਸਾਨੂੰ ਦੱਸੋ ਉਹ ਛੱਪੜੀ ਕਿੱਥੇ ਹੈ। ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਜਾਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਉੱਥੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਇੱਥੇ ਸਰੋਵਰ ਬਣਾਉਣਾ, ਆਖੋ ਵਾਹਿਗੁਰੂ। ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਇਸ ਸਰੋਵਰ ਦੇ ਵਿਚਕਾਰ ਇੱਕ ਰੱਬ ਦਾ ਘਰ ਬਣਾਉਣਾ ਹੈ, ਦਰਬਾਰ ਸਾਹਿਬ, ਜਿਹਨੂੰ ਹਰਿਮੰਦਰ ਸਾਹਿਬ ਵੀ ਕਹਿ ਦਿੰਦੇ ਆ, ਜਿੱਥੇ ਜਿਹਦੇ ਸਾਹਮਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਦਾ ਤਖਤ ਬਣਾਇਆ। ਗੁਰੂ ਬਾਬਾ ਤੁਰ ਪਏ ਨੇ। ਸਭ ਤੋਂ ਪਹਿਲੀ ਨਿਸ਼ਾਨੀ ਉਹਨਾਂ ਦੀ, ਸਭ ਤੋਂ ਪਹਿਲੀ ਦਿੱਤੀ ਹੋਈ ਦਾਤ ਉਹਨਾਂ ਦੀ, ਉਹ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ। ਤੁਰਦੇ ਨੇ, ਸਭ ਤੋਂ ਪਹਿਲਾ ਪੜਾਅ ਕਰਦੇ ਨੇ ਏਮਨਾਬਾਦ। ਏਮਨਾਬਾਦ ਉੱਥੋਂ ਦਾ ਹਾਕਮ ਬੜਾ ਹੰਕਾਰੀ ਹੈ, ਮਲਕ ਭਾਗੋ। ਉਸ ਮਲਕ ਭਾਗੋ ਦੇ ਰਾਜ ਦੇ ਵਿੱਚ ਇੱਕ ਗਰੀਬ ਰਹਿੰਦਾ ਹੈ, ਭਾਈ ਲਾਲੋ। ਭਾਈ ਲਾਲੋ ਦੇ ਘਰ ਵਿੱਚ ਗੁਰੂ ਪਾਤਸ਼ਾਹ ਪਹੁੰਚਦੇ ਨੇ, ਦਰਵਾਜ਼ਾ ਖੜਕਾਉਂਦੇ ਨੇ, ਭਾਈ ਲਾਲੋ ਕੁਛ ਦਿਨ ਤੇਰੇ ਘਰ ਰੁਕਣਾ ਹੈ। ਕੋਈ ਜਾਣ ਨਹੀਂ, ਕੋਈ ਪਹਿਚਾਣ ਨਹੀਂ। ਭਾਈ ਲਾਲੋ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਸੁੰਦਰ ਸਰੂਪ ਤੱਕਦੇ ਨੇ, ਨਿਹਾਲ ਹੋ ਜਾਂਦੇ ਨੇ, ਨੇਤਰ ਵਿਛਾਉਂਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਂ ਭਾਗਾਂ ਵਾਲਾ ਹਾਂ, ਤੁਸੀਂ ਮੇਰੇ ਘਰ ਰੁਕੋਗੇ, ਮੈਨੂੰ ਇੰਝ ਮਹਿਸੂਸ ਹੋਏਗਾ ਕਿ ਰੱਬ ਮੇਰੇ ਘਰ ਵਿੱਚ ਆ ਗਿਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਦੇ ਨਾਲ ਪਹਿਲੀ ਉਦਾਸੀ ਦੇ ਵਿੱਚ ਪਹਿਲਾ ਪੜਾਅ ਭਾਈ ਲਾਲੋ ਦੇ ਘਰ ਕਰਦੇ ਨੇ। ਭਾਈ ਲਾਲੋ ਦੇ ਘਰ ਵਿੱਚ ਬਾ ਕਮਾਲ ਕੌਤਕ ਵਾਪਰਦੇ ਨੇ, ਜਿਹਦੇ 'ਚੋਂ ਅਸੀਂ ਸਿੱਖਣਾ ਹੈ। That was really mind-blowing. ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ
ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚੈਨਲ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਥੈਂਕ ਯੂ ਸੁਖਮਨ। ਬ੍ਰੇਕ ਤੋਂ ਪਹਿਲਾਂ ਆਪਾਂ ਦਰਸ਼ਨ ਕਰ ਰਹੇ ਸੀ। ਸਾਡੇ 'ਚੋਂ ਬਹੁਤ ਸਾਰੇ ਦਰਸ਼ਕ ਬੱਚੇ ਸੱਚੀ ਮਹਿਸੂਸ ਕਰ ਰਹੇ ਨੇ ਕਿ ਆਪਾਂ ਸੱਚਮੁੱਚ ਹੀ ਭਾਈ ਲਾਲੋ ਦੇ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਉਹ ਵਰਤਾਰੇ ਦੇ ਦਰਸ਼ਨ ਕਰ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਰੁਕਦੇ ਨੇ। ਭਾਈ ਲਾਲੋ ਇੱਕ ਗਰੀਬ ਹੈ, ਲੱਕੜੀ ਦਾ ਕੰਮ ਕਰਦਾ ਹੈ। ਲੱਕੜੀ ਤਰਾਸ਼ ਕੇ ਉਹਨਾਂ ਜ਼ਮਾਨਿਆਂ ਦੇ ਵਿੱਚ ਅਲਮਾਰੀਆਂ ਨਹੀਂ ਸੀ ਹੁੰਦੀਆਂ। ਕੱਪੜੇ ਟੰਗਣ ਵਾਸਤੇ ਹੈਂਗਰ ਇੱਕ ਕਿੱਲਾ ਹੁੰਦਾ ਸੀ, ਕੱਚੀਆਂ ਦੀਵਾਰਾਂ ਹੁੰਦੀਆਂ, ਉਹਦੇ 'ਚ ਕੱਚੀ ਦੀਵਾਰ 'ਚ ਕਿੱਲਾ ਪਾਇਆ, ਉਹਨੂੰ ਟੰਗ ਲਿਆ। ਖੇਤੀ ਕਰਨ ਵਾਸਤੇ ਬਲਦਾਂ ਦੇ ਲੱਕੜੀ ਦੇ ਹਲ ਹੁੰਦੇ ਸੀ। ਇਹ ਸਾਰਾ ਸਮਾਨ ਲੱਕੜੀ ਨੂੰ ਤਰਾਸ਼ ਕੇ ਬਣਾਉਣ ਵਾਲਿਆਂ ਨੂੰ ਤਰਖਾਣ ਕਹਿੰਦੇ ਸੀ। ਭਾਈ ਲਾਲੋ ਇਹ ਲੱਕੜੀ ਦਾ ਕੰਮ ਕਰਦਾ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਮਨੁੱਖ ਦੇ ਅੰਦਰ ਲੋਭ ਨਹੀਂ ਸੀ ਹੁੰਦਾ। ਆ ਸਾਡੇ ਬੱਚਿਆਂ ਨੂੰ ਦੱਸਣਾ ਪਵੇਗਾ ਸਿਸਟਮ ਕੀ ਹੁੰਦਾ ਸੀ। ਪਿੰਡ ਵਿੱਚ ਕੋਈ ਇੱਕ ਅੱਧ ਪਰਿਵਾਰ ਹੁੰਦਾ ਸੀ ਜਿਹਨੂੰ ਤਰਖਾਣ ਕਹਿੰਦੇ ਸੀ। ਤਰਖਾਣ ਭਾਵ ਤਰ ਹੁੰਦਾ ਬ੍ਰਿਕਸ਼, ਖਾਣ ਉਸ ਨੂੰ ਤਰਾਸ਼ ਕੇ ਸਮਾਨ ਬਣਾਉਣਾ ਜਿਹੜਾ ਲੋਕਾਂ ਨੂੰ ਚਾਹੀਦਾ। ਉਹਨੇ ਬਣਾ ਰੱਖੀ ਜਾਣਾ। ਕਿੱਲੇ ਘੜ ਕੇ ਰੱਖ ਲੈਣੇ, ਹਲ ਦੀਆਂ ਮੁੰਨੀਆਂ ਰੱਖ ਲੈਣੀਆਂ, ਹਲ ਬਣਾ ਲੈਣਾ। ਜਿਹੜੀ ਚੀਜ਼ ਲੱਕੜੀ ਦੀ ਪਿੰਡ ਵਾਲਿਆਂ ਨੂੰ ਚਾਹੀਦੀ ਸੀ ਉਹ ਬਣਾ ਕੇ ਰੱਖ ਲੈਣੀ। ਬਲਦਾਂ ਦੇ ਗਲ ਵਿੱਚ ਪੰਜਾਲੀ ਪੈਂਦੀ। ਇਸ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਸੀ ਤੇ ਜਿਹਨੂੰ ਲੋੜ ਪੈਂਦੀ ਉਹਦੇ ਜਾਂਦਾ ਸੀ, ਉਹ ਤੋਂ ਲੈ ਆਉਂਦਾ ਸੀ। ਹੁਣ ਦੇਖੋ ਕੈਸਾ ਸਿਸਟਮ ਸੀ। ਜੋ ਲੋੜ ਹੈ ਉਹ ਤੋਂ ਲੈ ਆਏ ਨੇ। 6 ਮਹੀਨਿਆਂ ਬਾਅਦ ਜਦੋਂ ਘਰ ਵਿੱਚ ਫਸਲ ਆਉਂਦੀ ਹੈ ਤੇ ਉਹਦੇ ਘਰ ਕੋਈ ਕਣਕ ਦੀ 1 ਬੋਰੀ, ਕੋਈ 2 ਬੋਰੀਆਂ, ਕੋਈ ਅੱਧੀ ਬੋਰੀ ਕਣਕ ਦੀ ਦੇ ਆਉਂਦਾ। 1 ਬੈਗ, 2 ਬੈਗ, ਅੱਧਾ ਬੈਗ। ਕੋਈ ਹਿਸਾਬ ਕਿਤਾਬ ਨਹੀਂ ਸੀ। ਨਾ ਉਹ ਇਹ ਕਹਿੰਦਾ ਸੀ ਤੂੰ ਇੰਨਾ ਸਮਾਨ ਲੈ ਗਿਆ, ਮੈਨੂੰ ਇੰਨਾ ਕਿਉਂ ਦਿੱਤਾ ਹੈ, ਤੇ ਨਾ ਹੀ ਕੋਈ ਇਹ ਹਿਸਾਬ ਲਾਉਂਦਾ ਸੀ ਕਿ ਕਿੰਨਾ ਸਮਾਨ ਲਿਆ, ਕਿੰਨਾ ਦਿੱਤਾ ਹੈ। ਉਹ ਤਰਖਾਣ ਲੋਕਾਂ ਦੇ ਲਈ ਕਿੱਲੇ ਘੜ ਕੇ ਰੱਖਣੇ, ਹਲ ਬਣਾਉਣੇ, ਮੁੰਨੀ ਬਣਾਉਣੀ, ਪੰਜਾਲੀ ਬਣਾਉਣੀ, ਔਰ ਉਹ ਸੇਵਾ ਸਮਝ ਕੇ ਬਣਾਈ ਜਾਂਦਾ ਸੀ। ਲੋਕ ਵਰਤ ਲੈਂਦੇ ਸੀ ਤੇ ਸੇਵਾ ਸਮਝ ਕੇ ਉਹਦੇ ਘਰ ਵਿੱਚ ਦਾਣੇ ਦੇ ਦਿੰਦੇ ਸੀ। ਐਸਾ ਇੱਕ ਸਬਰ ਸੰਤੋਖ ਵਾਲਾ ਮਾਹੌਲ ਹੁੰਦਾ ਸੀ। ਭਾਈ ਲਾਲੋ ਪਰਉਪਕਾਰੀ ਸੀ, ਕੰਮ ਵੀ ਕਰਦਾ ਸੀ, ਜਿੱਥੇ ਕਿਸੇ ਦੀ ਲੋੜ ਪੈਂਦੀ ਮਦਦ ਵੀ ਕਰਦਾ ਸੀ। ਗੁਰੂ ਨਾਨਕ ਪਾਤਸ਼ਾਹ ਜਦੋਂ ਇਸ ਇਲਾਕੇ ਵਿੱਚ ਗਏ ਸੀ, ਪਹਿਲਾਂ ਪੁੱਛਦੇ ਸੀ ਇਸ ਦੇ ਵਿੱਚ ਕਿਹੋ ਜਿਹੇ ਲੋਕ ਰਹਿੰਦੇ ਨੇ। ਤੇ ਜਦੋਂ ਤੁਸੀਂ ਕਿਸੇ ਪਿੰਡ ਜਾ ਕੇ ਪੁੱਛੋ ਨਾ ਇੱਥੋਂ ਦੇ ਲੋਕ ਕਿਹੋ ਜਿਹੇ ਹੈ, ਜਾਂ ਤਾਂ ਦੁਨੀਆ ਦੱਸਦੀ ਹੈ ਉਹਨਾਂ ਬਾਰੇ ਜਿਹੜੇ ਬਿਲਕੁਲ ਭੈੜੇ ਲੋਕ ਹੁੰਦੇ ਨੇ, ਜਾਂ ਉਹਨਾਂ ਬਾਰੇ ਜਿਹੜੇ ਚੰਗੇ ਹੁੰਦੇ ਨੇ। ਜਾਂ ਤਾਂ ਦੁਨੀਆ ਨੇ ਦੱਸਿਆ ਇੱਥੇ ਮਲਕ ਭਾਗੋ ਹੈ, ਬੜਾ ਹੰਕਾਰੀ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਕਿਸੇ ਪਿੰਡ ਦਾ ਹਾਕਮ ਥਾਪ ਦਿੱਤਾ ਜਾਂਦਾ ਸੀ, ਡੈਮੋਕ੍ਰੇਸੀ ਨਹੀਂ ਸੀ ਹੁੰਦੀ।
ਸਿਲੈਕਸ਼ਨ ਹੁੰਦੀ ਸੀ, ਨੋਮੀਨੇਟ ਕਰ ਦਿੱਤਾ ਜਾਂਦਾ ਸੀ, ਲੋਕਾਂ ਤੇ ਥੋਪ ਦਿੱਤਾ ਜਾਂਦਾ ਸੀ। ਅੱਜ ਤਾਂ ਡੈਮੋਕ੍ਰੇਸੀ ਵਿੱਚ ਸਰਪੰਚ ਬਣਦਾ ਹੈ, ਡੈਮੋਕ੍ਰੇਸੀ ਵਿੱਚ ਮੇਅਰ ਬਣਦਾ ਹੈ, ਮਿਊਨਿਸਪੈਲਿਟੀ ਦਾ ਚੇਅਰਮੈਨ ਬਣਦਾ ਹੈ। ਉਹਨਾਂ ਜ਼ਮਾਨਿਆਂ ਵਿੱਚ ਡਿਕਟੇਟਰਸ਼ਿਪ ਸੀ, ਉੱਪਰੋਂ ਹੁਕੂਮਤ ਥੋਪ ਦਿੰਦੀ ਸੀ। ਫਿਰ ਉਹ ਕਹਿੰਦੀ ਸੀ ਕਿ ਸਾਨੂੰ ਇੰਨੇ ਪੈਸੇ ਤੂੰ ਟੈਕਸ ਦੇ ਰੂਪ ਵਿੱਚ ਭੇਜਣੇ ਨੇ, ਬਾਕੀ ਤੇਰੇ ਨੇ। ਤੇ ਉਹ ਫਿਰ ਜਿਹੜਾ ਹਾਕਮ ਥਾਪਿਆ ਜਾਂਦਾ ਸੀ, ਲੋਕਾਂ ਦੇ ਨਾਲ ਬੜਾ ਧੱਕਾ ਕਰਦਾ ਸੀ, ਉਹਨੂੰ ਜ਼ਾਬਰ ਕਹਿ ਦਿੰਦੇ ਸੀ। ਤਕਰੀਬਨ ਜਿਹੜੇ ਹਾਕਮ ਸੀ ਉਹ ਜ਼ਾਬਰ ਹੋ ਚੁੱਕੇ ਸੀ। ਤੇ ਜਦੋਂ ਹਾਕਮ ਜ਼ਾਬਰ ਹੋ ਜਾਵੇ ਤਾਂ ਫਿਰ ਜ਼ੁਲਮ ਹੋ ਜਾਂਦੇ ਨੇ। ਜਾਂ ਤਾਂ ਦੁਨੀਆ ਨੇ ਦੱਸਿਆ ਸੀ ਇੱਥੇ ਇੱਕ ਜ਼ਾਬਰ ਹੈ, ਹੰਕਾਰੀ ਹੈ, ਮਲਕ ਭਾਗੋ ਹੈ, ਤੇ ਜਾਂ ਫਿਰ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਜ਼ਿਕਰ ਕੀਤਾ ਸੀ ਇੱਥੇ ਮਲਕ ਵਾਹਿਗੁਰੂ ਭਾਈ ਲਾਲੋ ਰਹਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਦੇ ਘਰ ਰਹਿਣਾ, ਉਸ ਨੂੰ ਪਿਕ ਕੀਤਾ ਤੇ ਉਹਦੇ ਘਰ ਵਿੱਚ ਰਹੇ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਗਰੀਬ ਹੁੰਦੇ ਸੀ, ਇਹ ਜਿਹੜਾ ਏਮਨਾਬਾਦ ਦਾ ਇਲਾਕਾ ਹੈ, ਉੱਥੇ ਇੱਕ ਬੂਟੀ ਹੁੰਦੀ ਸੀ ਜਿਹਨੂੰ ਕੋਦਰਬ ਕਹਿੰਦੇ ਸੀ। ਕੋਦਰਬ, ਆਪਾਂ ਕੋਦਰੇ ਦੀ ਰੋਟੀ ਕਹਿੰਦੇ, ਸ਼ਬਦ ਕੋਦਰਬ ਹੈ। ਜਿਵੇਂ ਪੰਜਾਬ ਵਿੱਚ ਆਪਾਂ ਦੇਖਦੇ ਹਾਂ ਇੱਕ ਬੂਟੀ ਉਗਦੀ ਜਿਹਨੂੰ ਚਲਾਈ ਕਹਿੰਦੇ ਨੇ, ਚਲਾਈ ਦਾ ਸਾਗ ਵੀ ਕਹਿੰਦੇ ਨੇ, ਬਣਾਉਂਦੇ ਆ, ਸੁੱਕ ਜਾਂਦਾ ਹੈ। ਤੇ ਗਰੀਬ ਵਿਚਾਰੇ ਜਦੋਂ ਨਹੀਂ ਕਿਤੋਂ ਲੈਣ ਨੂੰ ਸਮਰੱਥਾ ਹੁੰਦੀ ਖਰੀਦਣ ਦੀ, ਤੇ ਉਹ ਚਲਾਈ ਲਿਆ ਕੇ ਉਹਦਾ ਸਾਗ ਬਣਾਉਂਦੇ ਨੇ। ਤੇ ਉੱਥੇ ਜਿਹੜੇ ਗਰੀਬ ਸੀ ਨਾ, ਉਹ ਜਿਹੜਾ ਕੋਦਰਬ ਹੁੰਦਾ ਸੀ, ਉਹਦੀ ਸਬਜ਼ੀ ਬਣਾਉਣੀ, ਉਹਨੂੰ ਕੋਦਰਬ ਦਾ ਸਾਗ ਕਹਿੰਦੇ ਸੀ। ਤੇ ਉਹਨੂੰ ਸੁਕਾ ਕੇ ਪੀਸ ਕੇ ਉਸ ਦੀ ਰੋਟੀ ਬਣਾਉਣੀ, ਉਹਨੂੰ ਕੋਦਰਬ ਦੀ ਰੋਟੀ ਕਹਿੰਦੇ ਸੀ। ਉਹ ਬਣਨ ਸਾਰ ਸੁੱਕ ਜਾਂਦੀ ਸੀ, ਕੋਦਰਬ ਦੀ ਰੋਟੀ ਦਾ ਸੁੱਕਾ ਟੁੱਕਰ ਕਹਿੰਦੇ ਸੀ। ਭਾਈ ਲਾਲੋ ਦਾ ਪਰਿਵਾਰ ਗਰੀਬੀ ਦੇ ਵਿੱਚ ਕੋਦਰਬ ਦੀ ਰੋਟੀ ਖਾਂਦਾ ਹੈ ਤੇ ਕੋਦਰਬ ਦਾ ਸਾਗ ਖਾਂਦਾ ਹੈ। ਕੀ ਕਰੇ, ਗਰੀਬ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਪਟਵਾਰੀ ਦੇ ਪੁੱਤਰ, ਇੱਕ ਰਾਏ ਬਲਾਰ ਨਾਲ ਦੋਸਤੀ ਰੱਖਣ ਵਾਲੇ ਬਾਪ ਦੇ ਪੁੱਤਰ, ਇੱਕ ਪੜ੍ਹੇ ਲਿਖੇ ਅਮੀਰ ਪਰਿਵਾਰ ਦੇ ਪੁੱਤਰ ਅੱਜ ਇੱਕ ਗਰੀਬ ਭਾਈ ਲਾਲੋ ਦੇ ਘਰ ਵਿੱਚ ਰੁਕ ਗਏ ਨੇ। ਭਾਈ ਲਾਲੋ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਤਿਕਾਰ ਵਜੋਂ ਇੱਕ ਮੰਜਾ ਡਾਇਆ, ਜਿਵੇਂ ਅੱਜ ਬੈੱਡ ਹੁੰਦੇ ਨੇ, ਉਹਨਾਂ ਜ਼ਮਾਨੇ 'ਚ ਮੰਜੇ ਹੁੰਦੇ ਸੀ। ਜਿਹੋ ਜੀ ਕੋਈ ਚਾਦਰ ਪਈ ਸੀ ਵਧੀਆ ਧੋਤੀ ਹੋਈ ਨਵੀਂ, ਚੁੱਕ ਕੇ ਲਿਆਇਆ, ਵਿਛਾ ਦਿੱਤੀ। ਸਤਿਗੁਰੂ ਕਹਿੰਦੇ, ਨਹੀਂ ਭਾਈ ਲਾਲੋ, ਅਸੀਂ ਤੇਰੇ ਨਾਲ ਹੇਠਾਂ ਬੈਠ ਕੇ ਹੀ ਛਕਿਆ ਕਰਾਂਗੇ। ਇਹ ਤੇ ਗੱਲ ਯਾਦ ਰੱਖਿਓ, ਆਪਾਂ ਉਸ ਗੁਰੂ ਪਿਤਾ ਦੇ ਪੁੱਤਰ ਹਾਂ ਜਿਸ ਗੁਰੂ ਪਿਤਾ ਨੇ ਕਦੀ ਵੀ ਕਿਸੇ ਨੂੰ ਆਪਣੇ ਆਪ ਤੋਂ ਨੀਵਾਂ ਨਹੀਂ ਮਹਿਸੂਸ ਹੋਣ ਦਿੱਤਾ। ਇਹਦੇ 'ਚੋਂ ਅਸੀਂ ਇੱਕ ਸਿੱਖਿਆ ਲੈਣੀ ਹੈ। ਸਾਡੇ ਕੋਲੇ ਲੱਖ ਗਿਆਨ ਹੋਵੇ, ਸਾਡੇ ਕੋਲੇ ਲੱਖ ਗੁਣ ਹੋਣ, ਭਾਵੇਂ ਨਾਮ ਹੋਵੇ, ਤਿੰਨ ਚੀਜ਼ਾਂ ਅੰਦਰ ਹੁੰਦੀਆਂ ਨੇ, ਗੁਣ, ਗਿਆਨ ਤੇ ਨਾਮ। ਬਾਹਰ ਹੁੰਦੀਆਂ ਤਿੰਨ ਚੀਜ਼ਾਂ, ਪੈਸਾ, ਪ੍ਰਾਪਰਟੀ, ਸਟੇਟਸ, ਸਤਿਕਾਰ। ਜਿੰਨਾ ਮਰਜ਼ੀ ਦੁਨੀਆ ਤੇ ਸਤਿਕਾਰ ਹੋਵੇ, ਸਟੇਟਸ ਹੋਵੇ, ਜਿੰਨਾ ਮਰਜ਼ੀ ਪੈਸਾ ਹੋਵੇ, ਪ੍ਰਾਪਰਟੀ ਹੋਵੇ, ਜਿੰਨਾ ਮਰਜ਼ੀ ਗਿਆਨ, ਗੁਣ ਤੇ ਨਾਮ ਹੋਵੇ, ਕਦੀ ਵੀ ਨਾਲ ਬੈਠੇ ਨੂੰ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ ਕਿ ਮੈਂ ਤੇਰੇ ਤੋਂ ਉੱਚਾ ਹੈ, ਤੇਰੇ ਤੋਂ ਵੱਡਾ ਹੈ, ਜਾਂ ਤੂੰ ਮੇਰੇ ਤੋਂ ਨੀਵਾਂ ਹੈ। ਅੱਜ ਧਰਮ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜਿਹੜਾ ਧਰਮੀ ਮਨੁੱਖ ਉਪਦੇਸ਼ਕ ਬਣ ਜਾਂਦਾ ਹੈ, ਉਹ ਦੁਨੀਆ ਤੋਂ ਇੱਕ ਗੈਪ ਪਾ ਲੈਂਦਾ ਹੈ, ਲੋਕਾਂ ਦੇ ਘਰ ਵਿੱਚ ਜਾਂਦਾ ਹੈ, ਤੇ ਲੋਕ ਉਹਨੂੰ ਇਸ ਤਰ੍ਹਾਂ ਸਤਿਕਾਰ ਦਿੰਦੇ ਨੇ ਜਿਵੇਂ ਵੱਖਰਾ ਵਿਅਕਤੀ ਹੈ। ਉਹਦਾ ਇੱਕ ਨੁਕਸਾਨ ਹੋ ਜਾਂਦਾ ਹੈ, ਦੁਨੀਆ 'ਤੇ ਵਿਅਕਤੀ ਪੂਜਾ ਸ਼ੁਰੂ ਹੋ ਜਾਂਦੀ ਹੈ, ਗੁਰੂ ਦਾ ਸਤਿਕਾਰ ਘੱਟ। ਜਦੋਂ ਕੋਈ ਬੰਦਾ ਆਉਂਦਾ ਹੈ, ਸਾਰਾ ਪਰਿਵਾਰ ਪਿੱਛੇ ਫਿਰਦਾ ਹੈ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 3 ਦਿਨ ਸ਼੍ਰੀ ਅਖੰਡ ਪਾਠ ਸਾਹਿਬ ਹੁੰਦਾ ਹੈ, ਕੋਈ ਕੋਲ ਬੈਠਣ ਨੂੰ ਤਿਆਰ ਨਹੀਂ। ਇਸ ਲਈ ਸਿੱਖ ਨੂੰ ਇਸ ਤਰ੍ਹਾਂ ਵਿਚਰਨਾ ਚਾਹੀਦਾ, ਜਿਹਦੇ ਕੋਲ ਵੀ ਬੈਠੇ ਉਹਨੂੰ ਕਦੀ ਅਹਿਸਾਸ ਨਾ ਹੋਣ ਦੇਵੇ ਕਿ ਮੈਂ ਤੇਰੇ ਤੋਂ ਵੱਖਰਾ ਹਾਂ ਜਾਂ ਤੂੰ ਮੇਰੇ ਤੋਂ ਨੀਵਾਂ ਹੈ। ਜੇ ਕਿਤੇ ਗਿਆਨ ਵੰਡਣਾ ਹੈ, ਜਿਨ੍ਹਾਂ ਨੂੰ ਗਿਆਨ ਵੰਡਣਾ ਹੈ, ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋਣ ਦੇਣਾ ਕਿ ਤੁਸੀਂ ਗਿਆਨ ਤੋਂ ਮੇਰੇ ਤੋਂ ਨੀਵੇਂ ਹੋ। ਕਿਸੇ ਨੂੰ ਗੁਣ ਵੰਡਣੇ ਨੇ, ਕਦੀ ਇਹ ਮਹਿਸੂਸ ਨਹੀਂ ਹੋਣ ਦੇਣਾ ਕਿ ਤੂੰ ਔਗਣਿਆਰਾ ਹੈ। ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲੀ ਉਦਾਸੀ ਦੇ ਵਿੱਚ ਪਹਿਲਾ ਹੀ ਪੜਾਅ ਭਾਈ ਲਾਲੋ ਦੇ ਘਰ ਵਿੱਚ ਇਹ ਅਹਿਸਾਸ ਸਾਨੂੰ ਆ ਪਹਿਲੀ ਬਾਤ ਸਿਖਾਉਂਦਾ ਹੈ। ਭਾਈ ਲਾਲੋ ਦੇ ਘਰ ਵਿੱਚ ਗੁਰੂ ਪਾਤਸ਼ਾਹ ਹੇਠਾਂ ਬੈਠੇ ਨੇ। ਭਾਈ ਲਾਲੋ ਬੜਾ ਹੈਰਾਨ ਹੈ। ਉਹਨਾਂ ਜ਼ਮਾਨਿਆਂ ਵਿੱਚ ਜਿਨ੍ਹਾਂ ਨੂੰ ਅਖੌਤੀ ਨੀਵੀਂ ਜਾਤ ਕਹਿੰਦੇ ਸੀ ਨਾ, ਉਹਨਾਂ ਦੇ ਬਰਾਬਰ ਨਹੀਂ ਸੀ ਕੋਈ ਬੈਠਦਾ। ਜਿਹੜੇ ਅਖੌਤੀ ਉੱਚੀ ਜਾਤ ਵਾਲੇ ਕਹਾਉਂਦੇ ਸੀ, ਉਹ ਬਰਾਬਰ ਨਹੀਂ ਸੀ ਬੈਠਦੇ। ਜਿਹੜੇ ਉਸ ਵੇਲੇ ਦੇ ਧਾਰਮਿਕ ਪੁਜਾਰੀ ਸਨ, ਜਦੋਂ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ
ਲੋਕ ਉਹਨਾਂ ਨੂੰ ਰੱਬ ਵਾਂਗੂ ਪੂਜਦੇ, ਉਹ ਵੀ ਆਪਣੇ ਆਪ ਨੂੰ ਗੈਪ ਬਣਾ ਕੇ ਰੱਖਦੇ। ਉਂਝ ਭਾਵੇਂ ਰੱਬ ਨੂੰ ਯਾਦ ਕਰਦੇ ਆਪਣੇ ਘਰ ਵਿੱਚ, ਭਾਵੇਂ ਨਹੀਂ ਕਰਦੇ, ਪਰ ਉੱਥੇ ਸਪੈਸ਼ਲ ਕੋਈ ਧਾਰਮਿਕ ਪਾਠ ਕਰਕੇ ਉਹਨਾਂ ਖਾਣਾ ਖਾਣਾ, ਤੇ ਇੱਕ ਗੈਪ ਜਿਹਾ ਬਣਿਆ ਹੋਇਆ ਸੀ। ਲੋਕ ਉਹਨਾਂ ਨੂੰ ਇੱਦਾਂ ਪੂਜਦੇ ਜਿਵੇਂ ਕੋਈ ਰੱਬ ਆ ਗਿਆ। ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਇੱਕ ਨਿਮਾਣੇ ਜਿਹੇ ਇਨਸਾਨ ਬਣ ਕੇ ਭਾਈ ਲਾਲੋ ਦੇ ਨਾਲ ਬੈਠ ਗਏ ਨੇ। ਪਹਿਲੀ ਵਾਰ ਇੱਕ ਗਰੀਬ ਨੇ ਦੇਖਿਆ ਕਿ ਕੋਈ ਅਮੀਰ ਘਰਾਣੇ ਦੀ ਸ਼ਖਸੀਅਤ, ਰੱਬੀ ਰੂਹ ਤੇ ਰੱਬ ਦਾ ਰੂਪ ਅੱਜ ਮੇਰੇ ਘਰ ਵਿੱਚ ਮੇਰੇ ਬਰਾਬਰ ਬੈਠੇ ਨੇ। ਆਹਾ, ਬੜਾ ਆਨੰਦ ਆਇਆ। ਭਾਈ ਲਾਲੋ ਤੇ ਭਾਈ ਲਾਲੋ ਦੇ ਘਰ ਵਾਲੀ ਨੇ ਘਰ ਦੇ ਵਿੱਚ ਕੋਦਰਵ ਦਾ ਸੁੱਕਾ ਟੁੱਕਰ ਤੇ ਕੋਦਰਵ ਦਾ ਬਣਿਆ ਹੋਇਆ ਸਾਗ ਪਰੋਸ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਵੱਲ ਇਸ਼ਾਰਾ ਕਰਦੇ ਨੇ, ਮਰਦਾਨਿਆ ਦੇਖ, ਰੱਬ ਦੇ ਪਿਆਰ ਵਿੱਚ ਭਿੱਜੇ ਹੋਏ ਭਾਈ ਲਾਲੋ ਤੇ ਇਹਦੇ ਪਰਿਵਾਰ ਨੇ ਰੱਬੀ ਪਿਆਰ ਆਨੰਦ ਰਸ ਵਿੱਚ ਇਹ ਜਿਹੜਾ ਭੋਜਨ ਆਪਾਂ ਨੂੰ ਪਰੋਸਿਆ ਹੈ, ਇਹਦੇ ਵਿੱਚ ਸੱਚੀ ਮਰਦਾਨਿਆ ਰੱਬ ਦਾ ਅੰਮ੍ਰਿਤ ਰਸ ਹੈ। ਮਰਦਾਨਿਆ ਕਹਿ ਸਤ ਕਰਤਾਰ ਤੇ ਛਕ ਇਹ ਰੱਬੀ ਭੋਜਨ ਤੇ ਉਸ ਰੱਬੀ ਆਨੰਦ ਦਾ ਰਸ ਮਾਣ ਆਖੋ ਵਾਹਿਗੁਰੂ। ਆ ਦੂਜੀ ਸਿੱਖਿਆ, ਜਦੋਂ ਵੀ ਅਸੀਂ ਪ੍ਰਸ਼ਾਦਾ ਛਕੀਏ, ਚਾਹੇ ਆਪਣੇ ਘਰ ਵਿੱਚ, ਚਾਹੇ ਗੁਰੂ ਦੇ ਘਰ ਵਿੱਚ, ਚਾਹੇ ਕਿਸੇ ਦੇ ਘਰ ਵਿੱਚ, ਉਸ ਨੂੰ ਰੱਬੀ ਖੁਰਾਕ, ਰੱਬੀ ਭੋਜਨ ਸਮਝ ਕੇ ਛਕੀ। ਇਸ ਲਈ ਬੱਚਿਆਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ, ਐ ਪੁੱਤਰਾ ਐ ਧੀਏ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕਹਿ ਦਿਆ ਕਰੋ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ, ਅਗੰਤ ਭਰੇ ਭੰਡਾਰ। ਇਹ ਰੱਬ ਦਾ ਦਿੱਤਾ ਹੋਇਆ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਇਹ ਮਹਿਸੂਸ ਕਰਨਾ ਹੈ। ਤਾਂ ਸਤਿਗੁਰੂ ਕਹਿੰਦੇ ਮਰਦਾਨਿਆ, ਰੱਬ ਦਾ ਦਿੱਤਾ ਹੋਇਆ ਅੰਮ੍ਰਿਤ ਰਸ ਨਾਲ ਭਰਿਆ ਹੋਇਆ ਆਹ ਰੱਬੀ ਭੋਜਨ ਛਕੀਏ। ਭੋਜਨ ਛਕਿਆ, ਬੜਾ ਆਨੰਦ ਆਇਆ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਐਸਾ ਆਨੰਦ ਰਸ ਮੈਂ ਦੁਨੀਆ ਤੇ ਅੱਜ ਤੱਕ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਦੇਖਿਆ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਪ੍ਰਸ਼ਾਦਾ ਛਕਣ ਲੱਗਿਆਂ ਜਿਹੜਾ ਰਸ ਹੁੰਦਾ ਏ, ਉਹ ਦਾਤੇ ਦੀ ਯਾਦ ਵਿੱਚ ਭਿੱਜਣ ਕਰਕੇ ਅੰਦਰ ਰਸ ਬਣ ਜਾਂਦਾ ਹੈ, ਤੇ ਜਿਨ੍ਹਾਂ ਨੇ ਪ੍ਰਸ਼ਾਦਾ ਛਕਾਇਆ ਹੈ ਉਹ ਰੱਬ ਦੇ ਰਸ ਵਿੱਚ ਭਿੱਜੇ ਹੋਏ ਨੇ। ਇਹ ਭਾਵਨਾ ਦਾ ਰਸ ਦੋਨੋਂ ਪਾਸੇ ਛਕਾਉਣ ਵਾਲੇ ਤੇ ਛਕਣ ਵਾਲੇ ਦੇ ਅੰਦਰ ਜਦੋਂ ਰੱਬੀ ਭਾਵਨਾ ਹੋਵੇ ਤੇ ਇਹ ਰਸ ਦੁਨੀਆ ਦੇ ਰਸਾਂ ਤੋਂ ਉੱਪਰ ਹੁੰਦਾ ਹੈ। ਬਸ ਤੁਰ ਪਿਆ ਸਿਲਸਿਲਾ ਰੋਜ਼ਾਨਾ। ਭਾਈ ਲਾਲੋ ਦਾ ਪਰਿਵਾਰ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾਉਂਦਾ। ਸਤਿਗੁਰ ਸੱਚੇ ਪਾਤਸ਼ਾਹ ਸ਼ਾਮ ਨੂੰ ਕਹਿੰਦੇ, ਆ ਭਾਈ ਲਾਲੋ, ਪਰਿਵਾਰ ਵਿੱਚ ਬੈਠ ਕੇ ਰੱਬੀ ਉਪਦੇਸ਼ਾਂ ਨੂੰ ਗਾਈਏ। ਭਾਈ ਮਰਦਾਨਾ ਜੀ ਦੀ ਰਬਾਬ ਵੱਜਦੀ, ਗੁਰੂ ਬਾਬਾ ਰੱਬੀ ਬਾਣੀ ਗਾਉਂਦੇ। ਭਾਈ ਲਾਲੋ ਦਾ ਪਰਿਵਾਰ ਬੈਠਦਾ। ਇਹ ਗੱਲ ਬਾਹਰ ਗਈ, ਬਾਹਰੋਂ ਲੋਕ ਜੁੜਨ ਲੱਗ ਪਏ, ਸਤਸੰਗਤ ਹੋਣ ਲੱਗ ਪਈ। ਆਹਾ, ਇਹ ਖਬਰ ਪਿੰਡ ਵਿੱਚ ਪਹੁੰਚ ਗਈ। ਇੱਕ ਗਰੀਬ ਦੇ ਘਰ ਇੱਕ ਅਮੀਰ ਪਰਿਵਾਰ ਦੀ ਰੱਬੀ ਰੂਹ, ਰੱਬ ਦਾ ਰੂਪ ਆਇਆ। ਜਿਹੜਾ ਸੁਣਦਾ ਭਾਈ ਲਾਲੋ ਦੇ ਘਰ ਆਉਂਦਾ। ਭਾਈ ਲਾਲੋ ਦੇ ਘਰ ਵਿੱਚ ਸਤਸੰਗਤ ਹੋਣ ਲੱਗ ਪਈ। ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸ਼ੁਰੂ ਹੋ ਗਈ। ਇਸ ਬਖਸ਼ਿਸ਼ ਦੇ ਵਿੱਚੋਂ ਫਿਰ ਜਿਹੜੇ ਵਰਤਾਰੇ ਐਮਨਾਬਾਦ ਵਿੱਚ ਮਲਕ ਭਾਗੋ ਨਾਲ ਵਾਪਰੇ, ਬਹੁਤ ਕੁਝ ਸਿਖਾਉਂਦੇ ਨੇ ਅੱਜ। ਬਹੁਤ ਖੂਬ। ਸਮਾਂ ਹੈ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਵਿਚਾਰ ਸਰਵਣ ਕਰਾਂਗੇ। ਸਾਡੇ ਨਾਲ ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ
ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਵੀ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ, ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਗਿਆਨੀ ਰਾਮ ਸਿੰਘ ਜੀ ਚੈਨਲ ਤੋਂ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸੁਣ ਰਹੇ ਸੀ। ਆਓ ਉਹਨਾਂ ਤੋਂ ਅੱਗੇ ਹੋਰ ਕੀਮਤੀ ਜਾਣਕਾਰੀ ਪ੍ਰਾਪਤ ਕਰੀਏ ਜੀ। ਥੈਂਕ ਯੂ ਸੁਖਮਨ। ਬ੍ਰੇਕ ਤੋਂ ਪਹਿਲਾਂ ਆਪਾਂ ਦੀਦਾਰ ਕਰ ਰਹੇ ਸੀ ਭਾਈ ਲਾਲੋ ਦੇ ਘਰ ਨਿਤ ਕੀਰਤਨ ਹੋਣ ਲੱਗ ਪਿਆ। ਭਾਈ ਮਰਦਾਨਾ ਜੀ ਦੀ ਰਬਾਬ ਵੱਜਦੀ, ਗੁਰੂ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਰੱਬੀ ਬਾਣੀ ਗਾਉਂਦੇ। ਭਾਈ ਲਾਲੋ ਦਾ ਪਰਿਵਾਰ ਸ਼ਰਧਾ ਦੇ ਨਾਲ ਸੁਣਦਾ। ਜਦੋਂ ਹੋਰਾਂ ਨੂੰ ਪਤਾ ਲੱਗਿਆ ਤੇ ਸਾਰੇ ਕਹਿਣ ਲੱਗ ਪਏ ਇਹ ਰੱਬੀ ਰੂਹ ਧੰਨ ਗੁਰੂ ਨਾਨਕ ਪਾਤਸ਼ਾਹ ਤਾਂ ਗਰੀਬ ਨਿਵਾਜ਼ ਨੇ, ਗਰੀਬਾਂ ਨੂੰ ਨਿਵਾਜ਼ਦੇ ਨੇ। ਗਰੀਬਾਂ ਨੇ ਆਉਣਾ ਸ਼ੁਰੂ ਕਰ ਦਿੱਤਾ, ਪਿੰਡ ਵਾਲਿਆਂ ਨੇ ਆਉਣਾ ਸ਼ੁਰੂ ਕਰ ਦਿੱਤਾ। ਗੁਰੂ ਬਾਬਾ ਰੱਬੀ ਬਾਣੀ ਗਾਉਂਦੇ, ਰੱਬੀ ਬਾਣੀ ਦੀਆਂ ਸਿੱਖਿਆਵਾਂ ਦੀ ਵਿਆਖਿਆ ਕਰਦੇ। ਜਿਹੜੇ ਲੋਕ ਕਦੀ ਅਖੌਤੀ ਨੀਵੀਂ ਜਾਤ ਵਾਲਿਆਂ ਦੇ ਬਰਾਬਰ ਨਹੀਂ ਸੀ ਬੈਠਦੇ, ਉਹਨਾਂ ਨੂੰ ਆਪਣੇ ਬਰਾਬਰ ਨਹੀਂ ਸੀ ਬਿਠਾਉਂਦੇ, ਉਹਨਾਂ ਨੂੰ ਜੈਲਸ ਹੋਣੀ ਸ਼ੁਰੂ ਹੋ ਗਈ। ਇੱਕ ਗਰੀਬ ਦੇ ਘਰ ਵਿੱਚ ਇਕੱਠ ਹੋਣ ਲੱਗ ਪਿਆ। ਗੁਰੂ ਬਾਬਾ ਸਿਖਾਉਂਦੇ ਨੇ ਕਿ ਜਿਹੜੇ ਰਾਜਨੀਤਿਕ ਲੋਕ ਪੋਲੀਟੀਕਲ ਪਾਵਰ ਦੇ ਨਾਲ ਜ਼ਬਰ ਜ਼ੁਲਮ ਕਰਦੇ ਨੇ, ਉਹਨਾਂ ਦੇ ਵਿਰੁੱਧ ਖੜੋ ਜਾਣਾ ਚਾਹੀਦਾ ਹੈ। ਜਿਹੜੇ ਧਾਰਮਿਕ ਪ੍ਰਚਾਰਕ, ਧਾਰਮਿਕ ਪੁਜਾਰੀ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ, ਕਰਮਕਾਂਡ ਵਿੱਚ ਪਾ ਕੇ ਸਵਾਰਥੀ ਬਣਾਉਂਦੇ ਨੇ, ਮੰਗਾਂ ਨਾਲ ਜੋੜ ਕੇ ਰੱਖ ਦਿੰਦੇ ਨੇ। ਜਿਹੜੇ ਸੋਚ ਸੁਭਾਅ ਨੂੰ ਬਦਲਣ ਵਾਸਤੇ ਸਿੱਖਿਆਵਾਂ ਨਹੀਂ ਦਿੰਦੇ, ਉਹਨਾਂ ਨੂੰ ਧਰਮ ਦੇ ਕਰਮਕਾਂਡਾਂ ਦੀ ਉਲਝਣ ਤਾਣੀ ਵਿੱਚ ਪਾ ਦਿੰਦੇ ਨੇ। ਉਹਨਾਂ ਧਾਰਮਿਕ ਪੁਜਾਰੀਆਂ ਦੇ ਬਰਾਬਰ ਖੜੇ ਹੋਣਾ ਪਵੇਗਾ। ਜਿਹੜੇ ਲੋਭੀ ਲੋਕ ਇਕਨੋਮਿਕਲੀ ਕਿਸੇ ਦਾ ਸ਼ੋਸ਼ਣ ਕਰਦੇ ਨੇ, ਉਹਨਾਂ ਦੇ ਬਰਾਬਰ ਆਵਾਜ਼ ਉਠਾਉਣੀ ਪਵੇਗੀ। ਪਹਿਲੀ ਉਦਾਸੀ, ਪਹਿਲਾ ਹੀ ਪੜਾਅ ਭਾਈ ਲਾਲੋ ਦਾ, ਉੱਥੇ ਗੁਰੂ ਬਾਬੇ ਨੇ ਡਾਂਕਾ ਵਜਾ ਦਿੱਤਾ। ਨੇਚਰਲੀ ਹੈ, ਜਦੋਂ ਕਿਸੇ ਨੂੰ ਚੈਲੰਜ ਕਰੋਗੇ ਤਾਂ ਉਹ ਵਿਰੋਧ ਤਾਂ ਕਰੇਗਾ। ਜਦੋਂ ਕਿਸੇ ਨੂੰ ਸੱਚ ਦੀ ਬਾਤ ਕਹੋਗੇ, ਸੱਚ ਕਿਸੇ ਨਾ ਕਿਸੇ ਨੂੰ ਤਾਂ ਚੋਟ ਮਾਰੇਗਾ। ਸੱਚ ਹੈ ਹੀ ਐਸਾ, ਸੱਚ ਤੇ ਕੂੜ ਦੀ ਕਦੀ ਨਹੀਂ ਬਣਦੀ। ਕੂੜੇ ਲੋਕ ਕੁੜਿਆਰੇ ਦੇ ਰਸ ਵਿੱਚ ਭਿੱਜੇ ਹੋਏ ਸੱਚ ਦਾ ਵਿਰੋਧ ਕਰਦੇ ਨੇ, ਕਰਦੇ ਸੀ, ਕਰਦੇ ਰਹਿਣਗੇ। ਨੇਚਰਲੀ ਹੈ, ਜਦੋਂ ਪਿੰਡ ਵਾਲੇ ਲੋਕ ਆਉਂਦੇ, ਗੁਰੂ ਪਾਤਸ਼ਾਹ ਉਹਨਾਂ ਦੇ ਅੰਦਰ ਇੱਕ ਜਜ਼ਬਾ ਭਰਦੇ, ਇੱਕ ਜੁਝਾਰੂ ਬਿਰਤੀ ਪੈਦਾ ਕਰਦੇ, ਉਹਨਾਂ ਨੂੰ ਸੰਘਰਸ਼ਸ਼ੀਲ ਬਣਾ ਰਹੇ ਸਨ। ਇੱਕ ਦਿਨ ਗੁਰੂ ਬਾਬਾ ਭਾਈ ਲਾਲੋ ਨੂੰ ਪੁੱਛਦੇ ਨੇ, ਲਾਲੋ ਕਿੱਲੇ ਘੜ ਰਿਹਾ, ਦਿਨ ਦਾ ਟਾਈਮ ਹੈ, ਭਾਈ ਲਾਲੋ ਕੀ ਪਿਆ ਕਰਦਾ ਹੈ? ਕਹਿਣ ਲੱਗਾ, ਸਤਿਗੁਰੂ ਜੀ ਕਿੱਲੇ ਘੜ ਰਿਹਾ।
ਗੁਰੂ ਬਾਬਾ ਕਹਿਣ ਲੱਗੇ, ਲਾਲੋ ਕਿੱਲੇ ਹੀ ਘੜਦਾ ਰਹੇਗਾ, ਕੁਛ ਹੋਰ ਵੀ ਕਰੇਗਾ। ਦੋਨੋਂ ਹੱਥ ਜੋੜ ਲਏ, ਦਾਤਾ ਜੀ ਮੈਨੂੰ ਨਹੀਂ ਪਤਾ, ਮੈਂ ਤਾਂ ਕਿੱਲੇ ਹੀ ਘੜਨ ਜਾਣਦਾ, ਕੁਛ ਹੋਰ ਕੀ ਕਰਨਾ, ਤੁਸੀਂ ਕਿਰਪਾ ਕਰੋ ਮੈਨੂੰ ਦੱਸ ਦਿਓ। ਸਤਿਗੁਰੂ ਕਹਿੰਦੇ ਕਰਨਾ ਤਾਂ ਇਹੀ ਹੈ, ਬਾਹਰ ਕਿੱਲੇ ਘੜਨੇ ਨੇ, ਅੰਦਰ ਮਨ ਘੜ ਲਿਆ ਕਰ, ਸੋਚ ਕਰ ਲਿਆ ਕਰ। ਤਾਂ ਗੁਰੂ ਪਾਤਸ਼ਾਹ ਸਿਖਾਉਂਦੇ ਨੇ, ਜੇ ਮਨ ਘੜਿਆ ਗਿਆ, ਸੱਚ ਸੁਰਤ ਘੜੀ ਗਈ, ਸੋਚ ਘੜੀ ਗਈ, ਤਾਂ ਸੱਚ ਦੇ ਮਾਰਗ ਤੇ ਤੁਰੇਗੀ ਤੇ ਇੱਕ ਕੂੜ ਨੂੰ ਬੰਗਾਰੇਗੀ। ਇਹ ਗੱਲਾਂ ਪਿੰਡ ਦੇ ਵਿੱਚ ਘੁੰਮ ਗਈਆਂ। ਜਿਹੜੇ ਜੈਲਸ ਹੁੰਦੇ ਸੀ, ਅਖੌਤੀ ਉੱਚੀ ਜਾਤ ਵਾਲੇ, ਅਖਵਾਉਣ ਵਾਲੇ, ਜਿਹੜੇ ਕਹਿੰਦੇ ਸੀ ਨੀਵਿਆਂ ਨਾਲ ਬੈਠਣਾ ਨਹੀਂ ਚਾਹੀਦਾ, ਨੀਵਿਆਂ ਨੂੰ ਆਪਣੇ ਨਾਲ ਨਹੀਂ ਬਿਠਾਉਣਾ ਚਾਹੀਦਾ, ਉਹ ਜੈਲਸ ਵਿੱਚ ਆ ਕੇ ਗੱਲਾਂ ਕਰਦੇ ਨੇ। ਉਹਨਾਂ ਗੱਲ ਨੂੰ ਹਮੇਸ਼ਾ ਤੋੜਨਾ ਮਰੋੜਨਾ ਹੁੰਦਾ ਹੈ। ਜਿਹੜੇ ਜੈਲਸ ਵਿੱਚ ਹੁੰਦੇ ਨੇ ਨਾ, ਉਹਨਾਂ ਦੇ ਅੰਦਰ ਧੁੰਦਲੀ ਤਸਵੀਰ ਹੁੰਦੀ ਹੈ ਤੇ ਲੋਕਾਂ ਨੂੰ ਧੁੰਦਲੀ ਤਸਵੀਰ ਪੇਸ਼ ਕਰਦੇ ਨੇ। ਉਹ ਹਮੇਸ਼ਾ ਗੱਲ ਨੂੰ ਤੋੜ ਮਰੋੜ ਕੇ ਟਵਿਸਟ ਕਰਕੇ ਪੇਸ਼ ਕਰਦੇ ਨੇ। ਤੇ ਇਹਨਾਂ ਨੇ ਪਿੰਡ ਵਿੱਚ ਗੱਲ ਘੁਮਾ ਦਿੱਤੀ ਕਿ ਇਹ ਕੋਈ ਐਸਾ ਸਾਧੂ ਆਇਆ ਜਿਹੜਾ ਗਰੀਬਾਂ ਨੂੰ ਅਮੀਰਾਂ ਦੇ ਵਿਰੁੱਧ ਭੜਕਾ ਰਿਹਾ, ਜਿਹੜਾ ਗਰੀਬਾਂ ਨੂੰ ਮੌਕੇ ਦੇ ਹਾਕਮ ਦੇ ਵਿਰੁੱਧ ਭੜਕਾ ਰਿਹਾ। ਐਸੀਆਂ ਗੱਲਾਂ ਘੁੰਮਣ ਲੱਗ ਪਈਆਂ। ਇਹ ਤਾਂ ਪੱਕੀ ਬਾਤ ਹੈ, ਜਿੰਨੇ ਮਰਜ਼ੀ ਤੁਸੀਂ ਸੱਚ ਦੇ ਮਾਰਗ ਤੇ ਤੁਰ ਪਵੋ, ਜਿੰਨਾ ਮਰਜ਼ੀ ਕੋਈ ਪਰਉਪਕਾਰ ਦਾ ਕਾਰਜ ਕਰ ਲਵੋ, ਕੁਝ ਲੋਕ ਜੈਲਸ ਹੋਣਗੇ, ਉਹ ਤੁਹਾਡੀ ਹਰ ਗੱਲ ਨੂੰ ਟਵਿਸਟ ਕਰਨਗੇ, ਛੋਟੇ ਛੋਟੇ ਨੁਕਸ ਲੱਭਣਗੇ, ਨਹੀਂ ਵੀ ਲੱਭੇਗਾ ਕੋਲੋਂ ਹੀ ਨੁਕਸ ਬਣਾ ਕੇ ਉਛਾਲ ਦੇਣਗੇ। ਉਹ ਜਿਉਂ-ਜਿਉਂ ਇੱਦਾਂ ਕਰਨਗੇ ਨਫ਼ਰਤ ਨਾਲ ਭਰ ਜਾਣਗੇ। ਫਿਰ ਉਹ ਚੁਗਲੀਆਂ ਕਰਨਗੇ, ਚੁਗਲੀਆਂ ਕਰਕੇ ਤੁਹਾਡੇ ਵਿਰੁੱਧ ਮਾਹੌਲ ਪੈਦਾ ਕਰ ਦੇਣਗੇ। ਐਸਾ ਹੀ ਹੁੰਦਾ ਆਇਆ, ਹੁੰਦਾ ਸੀ, ਹੁੰਦਾ ਰਹੇਗਾ। ਇਮਨਾਬਾਦ ਵਿੱਚ ਵੀ ਹੋ ਗਿਆ। ਗੱਲ ਪਹੁੰਚ ਗਈ ਮਲਕ ਭਾਗੋ ਦੇ ਕੋਲ। ਕੋਇਨਸੀਡੈਂਟਲੀ ਸਬੱਬ ਦੇ ਨਾਲ ਮਲਕ ਭਾਗੋ ਸਾਲ ਦੇ ਵਿੱਚ ਇੱਕ ਦਿਨ ਇੱਕ ਬ੍ਰਹਮ ਭੋਜ ਕਰਦਾ ਸੀ, ਜਿਵੇਂ ਆਪਾਂ ਕਹੀਏ ਵੀ ਲੰਗਰ ਲਾ ਦਿੱਤਾ। ਉਸ ਵੇਲੇ ਦੀ ਜਿਹੜੀ ਰਸਮੋ ਰਿਵਾਜ ਸੀ, ਉਹਦੇ ਵਿੱਚ ਕੀ ਸੀ, ਇੱਕ ਪਾਸੇ ਬ੍ਰਾਹਮਣਾਂ ਦੇ ਲਈ ਲਾਈਨ ਲੱਗਦੀ ਹੁੰਦੀ ਸੀ, ਦੂਸਰੇ ਪਾਸੇ ਜਿਹੜੇ ਆਮ ਲੋਕ ਸੀ ਉਹਨਾਂ ਦੀ ਲਾਈਨ ਲੱਗਦੀ। ਇੱਕ ਲਾਈਨ ਜਿਹੜੇ ਵਿਸ਼ੇਸ਼ ਉਹਨੇ ਬੁਲਾਏ ਹੁੰਦੇ ਸੀ, ਵੱਡੇ VIP ਲੋਕ, ਉਹਨਾਂ ਦੀ ਲਾਈਨ ਲੱਗਦੀ, ਤੇ ਚੌਥੀ ਲਾਈਨ ਵਿਚਾਰੇ ਗਰੀਬਾਂ ਦੀ ਬਾਹਰ ਲਾ ਦਿੱਤੀ ਜਾਂਦੀ। ਜਿਹੜੇ VIP ਹੁੰਦੇ ਸੀ ਜਾਂ ਧਾਰਮਿਕ ਪੁਜਾਰੀ ਹੁੰਦੇ ਸੀ, ਉਹਨਾਂ ਨੂੰ ਵਧੀਆ ਵਧੀਆ ਖਾਣੇ ਦੇਣੇ, ਆਮ ਲੋਕਾਂ ਨੂੰ ਨਾਰਮਲ ਜਿਹਾ ਦੇਣਾ, ਤੇ ਗਰੀਬਾਂ ਨੂੰ ਵਿਚਾਰਿਆਂ ਨੂੰ ਉਹਦੇ 'ਚੋਂ ਬਚਿਆ ਖੁਚਿਆ ਦੇ ਦੇਣਾ। ਦੂਸਰੀ ਬਾਤ, ਉਹ ਗਰੀਬਾਂ ਦੇ ਨਾਲ ਧੱਕਾ ਕਰਦੇ ਸੀ। ਬ੍ਰਹਮ ਭੋਜ ਤੋਂ ਪਹਿਲਾਂ ਕਹਿੰਦੇ ਸੀ ਇਹ ਰੱਬੀ ਬ੍ਰਹਮ ਭੋਜ ਹੋ ਰਿਹਾ, ਹਰ ਕੋਈ ਇਹਦੇ 'ਚ ਹਿੱਸਾ ਪਾਵੇ। ਤਾਂ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਜਾ ਰਹੇ ਨੇ, ਦੁਪਹਿਰ ਦਾ ਸਮਾਂ, ਦੁਪਹਿਰੋਂ ਬਾਅਦ ਕੀ ਦੇਖਦੇ ਨੇ ਕਿ ਕੁਝ ਸਿਪਾਹੀ ਇੱਕ ਗਰੀਬ ਨੂੰ ਕੁੱਟਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਕੀ ਕਰਦੇ ਪਏ ਹੋ, ਇਹਨੂੰ ਵਿਚਾਰੇ ਗਰੀਬ ਨੂੰ ਕਿਉਂ ਕੁੱਟਦੇ ਹੋ? ਕਹਿੰਦੇ ਜੀ ਸਾਡੇ ਹਾਕਮ ਨੇ, ਮਲਕ ਭਾਗੋ ਨੇ ਬ੍ਰਹਮ ਭੋਜ ਕਰਨਾ ਹੈ, ਤੇ ਹਰ ਇੱਥੋਂ ਦੇ ਰਹਿਣ ਵਾਲੇ ਨੇ ਬ੍ਰਹਮ ਭੋਜ ਵਿੱਚ ਉਹਨੂੰ ਹਿੱਸਾ ਪਾਉਣਾ ਪਵੇਗਾ। ਤੇ ਉਸ ਮਲਕ ਭਾਗੋ ਦਾ ਹੁਕਮ ਹੈ, ਇਹ ਗਰੀਬ ਕਹਿੰਦਾ ਮੇਰੇ ਕੋਲੇ ਹੈ ਨਹੀਂ, ਤੇ ਇਹਨੂੰ ਕੁਛ ਨਾ ਕੁਛ ਤੇ ਪਾਉਣਾ ਹੀ ਪਵੇਗਾ, ਇਸ ਲਈ ਇਹਨੂੰ ਕੁੱਟ ਰਹੇ ਆ। ਸਤਿਗੁਰੂ ਕਹਿਣ ਲੱਗੇ ਜਿਹੜਾ ਗਰੀਬ ਹੈ, ਜਿਹਦੇ ਕੋਲ ਹੈ ਹੀ ਨਹੀਂ, ਕਿੱਥੋਂ ਪਾਏਗਾ? ਤੇ ਜੇ ਗਰੀਬਾਂ ਨੂੰ ਕੁੱਟ-ਕੁੱਟ ਕੇ, ਤੁਸੀਂ ਗਰੀਬਾਂ ਨੂੰ ਡਰਾ ਕੇ, ਉਹਨਾਂ ਦਾ ਖੂਨ ਚੂਸ ਕੇ ਇਹ ਭੋਜਨ ਕਰਨਾ ਹੈ, ਤੇ ਫਿਰ ਇਹ ਰੱਬੀ ਲੰਗਰ ਕਿਵੇਂ ਹੋ ਗਿਆ? ਇਹ ਬ੍ਰਹਮ ਭੋਜ ਕਿਵੇਂ ਹੋ ਗਿਆ? ਬ੍ਰਹਮ ਪਰਮਾਤਮਾ ਦਾ ਭੋਜਨ ਕਿਵੇਂ ਬਣ ਗਿਆ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਮ ਦੇ ਦੀਵਾਨ ਵਿੱਚ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰਦੇ ਨੇ ਵੀ ਜਿੱਥੇ ਇਹੋ ਜਿਹੇ ਲੋਕ ਨੇ ਉੱਥੇ ਜਾਣਾ ਹੀ ਨਹੀਂ ਚਾਹੀਦਾ। ਇਹ ਗੱਲ ਘੁੰਮ ਗਈ ਹੈ। ਮਲਕ ਭਾਗੋ ਗੁੱਸੇ 'ਚ ਆ ਗਿਆ। ਮਲਕ ਭਾਗੋ ਨੇ ਸਾਰਿਆਂ ਨੂੰ ਸੱਦਾ ਦੇ ਦਿੱਤਾ ਤੇ ਸਪੈਸ਼ਲ ਭੇਜ ਦਿੱਤਾ, ਤੁਸੀਂ ਇੱਦਾਂ ਕਰੋ, ਭਾਈ ਲਾਲੋ ਦੇ ਘਰ ਵਿੱਚ ਜਿਹੜਾ ਸਾਧੂ ਰੁਕਿਆ ਹੋਇਆ ਉਹਨੂੰ ਵੀ ਸੱਦਾ ਦਿਓ, ਉਸ ਦਿਨ ਉਹਦੇ ਨਾਲ 2 ਹੱਥ ਕਰ ਲਵਾਂਗੇ, ਉਹਦੇ ਨਾਲ ਗੱਲ ਵੀ ਕਰ ਲਵਾਂਗੇ। ਜਦੋਂ ਸੱਦਾ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦੇ ਦਿੱਤਾ, ਕਹਿੰਦੇ ਮੈਂ ਕਿਉਂ ਜਾਵਾਂ? ਤੁਸੀਂ ਕਹਿ ਰਹੇ ਹੋ ਬ੍ਰਹਮ ਭੋਜ ਦੇ ਵਿੱਚ ਖੱਤਰੀ, ਬ੍ਰਾਹਮਣ, ਸੂਦ, ਵੈਸ ਚਾਰਾਂ ਨੂੰ ਸੱਦਿਆ, ਤੇ ਮੇਰੀ ਤੇ ਕੋਈ ਜਾਤ ਨਹੀਂ, ਮੈਂ ਤਾਂ ਰੱਬ ਦਾ ਬੰਦਾ ਹਾਂ, ਮੈਂ ਤਾਂ ਨਿਰੰਕਾਰੀ ਹਾਂ, ਨਿਰੰਕਾਰ ਦਾ ਬੰਦਾ ਹਾਂ। ਮੈਂ ਆਪਣੇ ਤੇ ਕਿਸੇ ਜਾਤ ਪਾਤ ਦਾ ਲੇਬਲ ਨਹੀਂ ਲੱਗਣ ਦੇਣਾ। ਇਹ ਵੀ ਅਸੀਂ ਸਿੱਖਣਾ ਹੈ ਕਿ ਸਾਨੂੰ ਕਦੀ ਵੀ ਆਪਣੇ ਤੇ ਲੇਬਲ ਨਹੀਂ ਲਵਾਉਣਾ ਚਾਹੀਦਾ, ਨਾ ਕਿਸੇ ਧੜੇ ਦਾ, ਨਾ ਕਿਸੇ ਰਾਜਨੀਤਿਕ ਪਾਰਟੀ ਦਾ, ਨਾ ਕਿਸੇ ਸੰਸਥਾ ਦਾ। ਜਿਸ ਸੰਸਥਾ ਤੋਂ ਸਿੱਖੋ ਉਹਨੂੰ ਸਤਿਕਾਰ ਦਿਓ, ਪਿਆਰ ਕਰੋ, ਪਰ ਦੂਜੀਆਂ ਸੰਸਥਾਵਾਂ ਨਾਲ ਨਫ਼ਰਤ ਨਾ ਕਰੋ। ਕਿਸੇ ਵੀ ਰਾਜਨੀਤਿਕ ਧੜੇ 'ਚ ਖੜੇ ਹੋ, ਉਹਦੇ ਗੁਣਾਂ ਔਗਣਾਂ ਦੀ ਵਿਚਾਰ ਕਰੋ, ਦੂਸਰਿਆਂ ਦੇ ਗੁਣਾਂ ਨੂੰ ਦੇਖੋ।
ਇਹ ਨਾ ਹੋਵੇ ਕਿ ਆਪਣੇ ਔਗਣ ਨਾ ਸੁਣੋ ਤੇ ਦੂਸਰੇ ਦੇ ਗੁਣ ਨਾ ਦੇਖੋ, ਉਹਦੇ ਨਾਲ ਧੜੇਬੰਦੀਆਂ ਪੈਦਾ ਹੁੰਦੀਆਂ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰਾ ਕੋਈ ਧੜਾ ਨਹੀਂ, ਮੇਰੀ ਕੋਈ ਜਾਤ ਨਹੀਂ। ਤਾਂ ਮਲਕ ਭਾਗੋ ਗੁੱਸੇ ਵਿੱਚ ਆ ਕੇ ਸਿਪਾਹੀਆਂ ਨੂੰ ਕਹਿੰਦਾ ਜ਼ਬਰਦਸਤ ਲੈ ਕੇ ਆਓ। ਕਹਿਣ ਲੱਗੇ ਸਤਿਗੁਰੂ ਜੀ ਆ ਹੁਕਮ ਹੈ। ਸਤਿਗੁਰੂ ਜੀ ਚੱਲ ਪਏ ਮਰਦਾਨਾ ਜੀ ਨਾਲ। ਭਾਈ ਲਾਲੋ ਨੂੰ ਕਹਿੰਦੇ ਨੇ ਭਾਈ ਲਾਲੋ ਕੋਦਰਬ ਦੀ ਰੋਟੀ ਨਾਲ ਲੈ ਲਾ। ਨਾਲ ਲੈ ਲਈ ਰੋਟੀ। ਪਹੁੰਚ ਗਏ ਨੇ। ਮਲਕ ਭਾਗੋ ਕਹਿੰਦਾ ਤੂੰ ਆਇਆ ਕਿਉਂ ਨਹੀਂ? ਸਤਿਗੁਰੂ ਕਹਿਣ ਲੱਗੇ ਤੂੰ ਖੱਤਰੀ ਬ੍ਰਾਹਮਣ ਸੂਦਰ ਵੈਸ ਉਹਨਾਂ ਨੂੰ ਸੱਦਾ ਦਿੱਤਾ, ਮੈਂ ਇਹਨਾਂ ਚਾਰਾਂ ਚੋਂ ਨਹੀਂ ਹਾਂ। ਬੜਾ ਹੈਰਾਨ ਹੋਇਆ। ਕਹਿਣ ਲੱਗਾ ਤੁਸੀਂ ਬ੍ਰਹਮ ਭੋਜ ਕਿਉਂ ਨਹੀਂ ਛਕ ਰਹੇ? ਸਤਿਗੁਰੂ ਕਹਿਣ ਲੱਗੇ ਤੈਨੂੰ ਪਤਾ ਹੈ ਤੂੰ ਗਰੀਬਾਂ ਤੇ ਕਿੰਨਾ ਧੱਕਾ ਕਰਦਾ, ਜ਼ਬਰ ਕਰਦਾ, ਉਹਨਾਂ ਦਾ ਇਕਨੋਮਿਕਲੀ ਸ਼ੋਸ਼ਣ ਕਰ ਰਿਹਾ, ਤੂੰ ਗਰੀਬਾਂ ਦਾ ਖੂਨ ਚੂਸ ਰਿਹਾ। ਲਿਆ ਤੇਰਾ ਮਾਲ ਪੂੜਾ। ਸਤਿਗੁਰੂ ਜੀ ਨੇ ਇੱਕ ਮਾਲ ਪੂੜਾ ਇੱਕ ਹੱਥ 'ਚ ਫੜਿਆ ਤੇ ਦੂਜੇ ਹੱਥ ਵਿੱਚ ਮਲਕ ਭਾਈ ਲਾਲੋ ਦੀ ਕੋਦਰਬ ਦੀ ਰੋਟੀ ਫੜ ਲਈ। ਸਾਰੇ ਗਰੀਬ ਹੈਰਾਨ ਨੇ, ਦੇਖਦੇ ਨੇ ਅੱਜ ਪਹਿਲੀ ਵਾਰ ਹੈ ਕੋਈ ਕਿਸੇ ਹਾਕਮ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਿਹਾ। ਅੱਜ ਪਹਿਲੀ ਵਾਰ ਹੈ ਕੋਈ ਜ਼ਾਬਰ ਨੂੰ ਜ਼ੁਲਮੀ ਕਹਿ ਰਿਹਾ। ਸਾਰੇ ਖੁਸ਼ ਨੇ ਤੇ ਉਹਨਾਂ ਨੂੰ ਪਤਾ ਹੈ ਸਾਡੀ ਹੱਕ ਸੱਚ ਦੀ ਕਮਾਈ ਨੂੰ ਖੱਬੇ ਹੱਥ 'ਚ ਰੱਖ ਲਿਆ ਉਹਨਾਂ ਨੇ। ਸਾਡੇ ਗਰੀਬਾਂ ਦੀ ਗੱਲ ਕਰਨ ਚੱਲੇ ਨੇ। ਜਿਹੜੇ ਗਰੀਬ ਦੇਖਦੇ ਸੀ ਕਿ ਜ਼ਾਬਰ ਦੇ ਅੱਗੇ ਹਰ ਕੋਈ ਝੁਕਦਾ ਹੈ, ਅੱਜ ਉਸ ਜ਼ਾਬਰ ਦੇ ਅੱਗੇ ਪਹਿਲੀ ਵਾਰ ਕੋਈ ਗਰੀਬਾਂ ਦੀ ਗੱਲ ਕਰਨ ਲੱਗਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਦੋਨਾਂ ਹੱਥਾਂ 'ਚ ਲੈ ਕੇ ਕਹਿੰਦੇ ਭਾਈ ਮਲਕ ਭਾਗੋ ਆ ਤੇਰੇ ਮਾਲ ਪੂੜਿਆਂ 'ਚ ਗਰੀਬਾਂ ਦਾ ਖੂਨ ਹੈ, ਅੱਖਾਂ ਬੰਦ ਕਰ ਤੇ ਆਪਣੇ ਆਪ ਨੂੰ ਮਹਿਸੂਸ ਕਰ ਕਿੱਦਾਂ ਤੇਰੇ ਸਿਪਾਹੀ ਗਰੀਬਾਂ ਨਾਲ ਧੱਕਾ ਕਰਦੇ ਪਏ ਨੇ। ਤੂੰ ਉਹਨਾਂ ਦਾ ਖੂਨ ਚੂਸ ਚੂਸ ਕੇ ਆ ਮਾਲ ਪੂੜੇ ਬਣਾਏ ਨੇ। ਆ ਜਿਸ ਨੂੰ ਤੂੰ ਸੁੱਕਾ ਟੁੱਕਰ ਕਹਿੰਦਾ ਪਿਆ, ਇਹ ਇਹਨਾਂ ਗਰੀਬਾਂ ਦੀ ਇਮਾਨਦਾਰੀ ਦੀ ਰੋਟੀ ਹੈ, ਇਹਨਾਂ ਦੇ ਇਮਾਨਦਾਰੀ ਦਾ ਭੋਜਨ ਹੈ। ਤਾਂ ਉਹ ਗਰੀਬ ਇਸ ਵਰਤਾਰੇ ਨੂੰ ਦੇਖ ਕੇ ਅੱਖਾਂ ਬੰਦ ਹੋ ਗਈਆਂ। ਹਰ ਕੋਈ ਦਾਤੇ ਦੇ ਗੁਰੂ ਦੇ ਸ਼ੁਕਰਾਨੇ 'ਚ ਭਿੱਜ ਗਿਆ। ਹਰ ਇੱਕ ਨੂੰ ਇਦਾਂ ਲੱਗਿਆ ਕਿ ਸੱਚਮੁੱਚ ਹੀ ਮਲਕ ਭਾਗੋ ਦੇ ਮਾਲ ਪੂੜਿਆਂ ਵਿੱਚੋਂ ਖੂਨ ਚੋਂਦਾ ਪਿਆ ਹੈ ਤੇ ਗਰੀਬਾਂ ਦੀ ਰੋਟੀ ਵਿੱਚੋਂ ਦੁੱਧ ਚੋਂਦਾ ਪਿਆ। ਇਸ ਤਰ੍ਹਾਂ ਗੁਰੂ ਬਾਬੇ ਨੇ ਅਹਿਸਾਸ ਕਰਾਇਆ। ਮਲਕ ਭਾਗੋ ਪੈਰੀ ਪੈ ਗਿਆ, ਭੁੱਬਾਂ ਮਾਰਨ ਲੱਗ ਪਿਆ ਕਿਉਂਕਿ ਬੇਇੱਜ਼ਤੀ ਹੋ ਗਈ ਸਭ ਦੇ ਸਾਹਮਣੇ। ਸਤਿਗੁਰੂ ਜੀ ਅੱਜ ਤੋਂ ਬਾਅਦ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਾਂਗਾ। ਜੋ ਅੱਜ ਤੱਕ ਪਾਪ ਕੀਤੇ ਨੇ ਉਹਦਾ ਕੀ ਬਣੇਗਾ? ਸਤਿਗੁਰੂ ਕਹਿੰਦੇ ਘਰ ਨੂੰ ਧਰਮਸ਼ਾਲਾ ਬਣਾ। ਜੋ ਜ਼ੁਲਮ ਕੀਤਾ ਹੈ, ਬੇਈਮਾਨੀ ਨਾਲ ਪੈਸਾ ਇਕੱਠਾ ਕੀਤਾ ਹੈ, ਗਰੀਬਾਂ 'ਚ ਵੰਡ ਦੇ। ਸਤਿਗੁਰਾਂ ਵਰਤਾਰਾ ਵਰਤਾਇਆ, ਸਾਨੂੰ ਸਿਖਾਇਆ, ਅੱਗੇ ਤੁਰ ਪਏ। ਇਹ ਤੋਂ ਸਿੱਖਣਾ ਹੈ ਇਮਾਨਦਾਰੀ ਦੀ ਕਿਰਤ ਕਰਨੀ ਹੈ। ਕਦੀ ਵੀ ਲੋਭ ਲਾਲਚ ਵਿੱਚ ਝੂਠ, ਧੋਖਾ, ਚੁਸਤ ਚਲਾਕੀਆਂ, ਸਵਾਰਥ, ਚਾਪਲੂਸੀਆਂ ਨਾਲ ਕਮਾਈ ਨਹੀਂ ਕਰਨੀ। ਸਤਿਗੁਰੂ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ
ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। Wow, we were just listening to a very important and interesting Sakhi from Gyani Ram Singh Ji Challa. ਅੱਜ ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਗਿਆਨੀ ਰਾਮ ਸਿੰਘ ਜੀ ਚਹਿਲਾਂ ਜੀ ਦਾ ਤਰੀਕਾ ਸਭ ਤੋਂ ਵਿਲੱਖਣ ਅਤੇ ਨਿਰਾਲਾ ਹੈ। ਇਹ ਹਮੇਸ਼ਾ ਸਮੇਂ ਦੇ ਹਾਣੀ ਬਣ ਕੇ ਅਜੋਕੇ ਯੁੱਗ ਦੇ ਪਰਿਵਾਰਿਕ ਅਤੇ ਸਮਾਜਿਕ ਹਾਲਾਤਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਅਤੇ ਸਮੱਸਿਆਵਾਂ ਬਾਰੇ ਬਾਖੂਬ ਚਾਨਣਾ ਪਾਉਂਦੇ ਹਨ। ਇਹਨਾਂ ਦੇ ਵਿਚਾਰਾਂ ਵਿੱਚ ਮੈਸੇਜ ਵੀ ਹੁੰਦੇ ਹਨ ਅਤੇ ਹਲੋਣੇ ਅਤੇ ਪ੍ਰੇਰਨਾਵਾਂ ਵੀ ਹੁੰਦੀਆਂ ਨੇ। ਜੋ ਵੀ ਗਿਆਨੀ ਰਾਮ ਸਿੰਘ ਜੀ ਚਹਿਲਾਂ ਦੇ ਵਿਚਾਰ ਇੱਕ ਵਾਰੀ ਸੁਣ ਲੈਂਦਾ ਹੈ ਉਸ ਦੇ ਅੰਦਰ ਸਿੱਖੀ ਪ੍ਰਤੀ ਪਿਆਰ ਵੀ ਜਾਗਦਾ ਹੈ ਅਤੇ ਆਪਣੇ ਬੱਚਿਆਂ ਨੂੰ ਗੁਰੂ ਵਿਰਸੇ ਨਾਲ ਜੋੜਨ ਲਈ ਜਜ਼ਬਾ ਵੀ ਪੈਦਾ ਹੁੰਦਾ ਹੈ। ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਕਹੋ ਕਿ ਉਹ ਕਾਪੀ ਪੈਨ ਲੈ ਕੇ ਹਰ ਹਫ਼ਤੇ ਗਿਆਨੀ ਰਾਮ ਸਿੰਘ ਜੀ ਚਹਿਲਾਂ ਜੀ ਦੇ ਵਿਚਾਰ ਸੁਣਨ ਅਤੇ ਆਪਣੇ ਨੋਟਸ ਬਣਾਉਣ। ਸਾਡਾ ਇਹ ਐਪੀਸੋਡ ਇੱਕ ਤਰ੍ਹਾਂ ਨਾਲ ਘਰ ਬੈਠ ਕੇ ਇੱਕ ਕਲਾਸ ਲਾਉਣ ਵਾਂਗ ਕੰਮ ਦੇਵੇਗਾ। ਆਓ ਹੁਣ ਆਪਾਂ ਜਪ ਸਾਹਿਬ ਸਿੰਘ ਜੀ ਤੋਂ ਇੱਕ ਸ਼ਬਦ ਸੁਣਦੇ ਹਾਂ। ਗੜੀ ਮਹੱਲਾ ਪੰਜਵਾਂ। ਤੇਰੇ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਾਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ। भाषा सा बस कर दीने, अमृत नाम महारस पीने। निरपव होय पजु भगवान, साध संगत मिल किनु दान। शरण परे पर अंतर्जामी, नानक ओट बकरी प्रभ स्वामी। शरण परे प्रभ अंतर्जामी, नानक ओट पकड़ी प्रभ स्वामी। वाहिगुरु जी का खालसा वाहिगुरु जी की फतेह। Wow, Jap Sahib Singh ji, you are very cute and very sweet. ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ। ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ pragyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਕਲਾਸਾਂ ਹਰ ਇੱਕ ਸ਼ਨੀਚਰਵਾਰ ਨੂੰ ਹੁੰਦੀਆਂ ਨੇ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ ਉਹ ਸਾਨੂੰ ਸਹਿਯੋਗ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇ ਕੇ ਜ਼ਰੂਰ ਸਪਾਂਸਰ ਕਰਨ। ਐਡ ਦੇਣ ਲਈ ਸੰਪਰਕ ਕਰੋ 6395904464 639 590 4464। ਆਓ ਹੁਣ ਆਪਾਂ ਸਮਰੀਤ ਕੌਰ ਜੀ ਦੇ ਵਿਚਾਰ ਸੁਣਦੇ ਹਾਂ। Vaiguru Ji Ka Khalsa, Vaiguru Ji Ki Fateh. My name is Simri and today I'll be talking a little bit about Dale Carnegie's book, How to Win Friends and Influence People. So first off, what does it mean to be different? Some individuals believe that it's strange when others are different from them. They'll taunt them and make fun of them for doing something that they like or that they don't enjoy doing themselves. Many people believe that being like everyone else and doing the same thing as them is a good thing. But in the truth, the world is so much better with a variation and something unique in each individual, a talent in each individual. And without any of that, the world would be so boring. Just imagine if everyone was the same race, skin color, and gender. We all looked the same and had the same hobbies and did everything the exact same way. The world would be really boring. So different and being different is really important, and most of all, be real and be proud.
So I'll be talking about part 1 of his book today, and part 1 is named Fundamental Techniques in Handling People. Rule number 1, don't criticize, condemn, or complain. Dale Carnegie says any fool can criticize, condemn, and complain, and most fools do. When dealing with people, we should keep in mind that we're not only dealing with rational human beings. We're dealing with people who have a feeling and they have like a sense of pride in them. Maharaji apan nu hukam manna sikhonde a. We shouldn't complain about what we have or don't have. Instead, we should be grateful for the things that we do have, because some people don't even have that. Some people don't have a bed to sleep on. Others don't have legs or arms, and we're complaining about the type of shoes we don't have. Number 2, give honest and sincere appreciation. Be generous with your praise and compliment someone if they deserve it. People will remember your words for the rest of their lives. Even if you forget them, they'll always remember them. Accept who they are and without any mean or harsh comments. And last but not least, arouse in the other person an eager want. Don't think about what you want, think about what the other person wants. You catch more fish with worms than strawberries. This quote was said by Dale Carnegie. He was trying to explain to the reader that instead of making an idea yours and something that you came up with, just toss around the concept and let the other person think of the idea themselves, because they'll accept it if they know that they're the ones that came up with it. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਓ, ਅਸੀਂ ਧੰਨਵਾਦੀ ਹਾਂ ਸਮਰੀਤ ਕੌਰ ਜੀ ਦੇ, ਜਿਨ੍ਹਾਂ ਨੇ ਬਹੁਤ ਹੀ ਕੀਮਤੀ ਵਿਚਾਰ ਸੁਣਾਏ ਨੇ। ਜਿਹੜੇ ਵੀ ਪਰਿਵਾਰ ਸਾਡੇ ਗੁਰਗਿਆਨ ਦਾ ਨਗਾਰਾ ਪ੍ਰੋਗਰਾਮ ਦੇਖਦੇ ਹਨ, ਅਸੀਂ ਸਾਰਿਆਂ ਦੇ ਧੰਨਵਾਦੀ ਹਾਂ। ਅਸੀਂ ਵਿਸ਼ੇਸ਼ ਧੰਨਵਾਦੀ ਹਾਂ ਉਹਨਾਂ ਬੱਚੇ ਅਤੇ ਨੌਜਵਾਨ ਜਿਹੜੇ ਸਾਡਾ ਇਹ ਸ਼ੋਅ ਦੇਖ ਕੇ ਨੋਟਸ ਬਣਾਉਂਦੇ ਨੇ। ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ। ਅਗਲੇ ਹਫਤੇ ਗੁਰਗਿਆਨ ਦਾ ਨਗਾਰਾ ਵਜਾਉਣ ਲਈ ਫੇਰ ਹਾਜ਼ਰ ਹੋਵਾਂਗੀ। ਤਦ ਤੱਕ ਲਈ ਗੁਰੂ ਫਤਿਹ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਸੈਸਕਟੂਨ ਜਾਂ ਰਿਜਾਈਨਾ ਵਿੱਚ ਕਾਰ, SUV ਜਾਂ ਪਿਕਅਪ ਖਰੀਦਣ ਲਈ ਜਾਂ ਰਿਪੇਅਰ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ। ਅਸੀਂ ਲੋਨ ਕਰਵਾਉਣ ਵਿੱਚ ਤੁਹਾਡੀ ਹੈਲਪ ਕਰਾਂਗੇ। ਸੰਪਰਕ ਕਰੋ 6394240001 ਅਤੇ 306-522-5526 ਜਾਂ ਵਿਜ਼ਿਟ ਕਰੋ roadwayautoandsupport.com। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬੇਲਟਾਂ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604-760-2643, ਤਾਰਨ 604-897-0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸੈਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸੈਸਕਟੂਨ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ।
ਸ਼ਬਦ